मैं नास्तिक क्यों हाँ? शहीद भगत सिंह ਦੀ ਇਸ ਵਡਮੁੱਲੀ ਇਤਿਹਾਸਕ ਦਸਤਾਵੇਜ਼ ਨੂੰ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ। ਆਪਣੀ ਤਰਕਸ਼ੀਲ ਸੋਚ ਨੂੰ ਦਲੀਲਾਂ ਸਹਿਤ ਜਨਤਾ ਦੀ ਕਚਹਿਰੀ ਵਿੱਚ ਪੇਸ਼ ਕਰਨ ਦਾ ਕਮਾਲ ਹੀ ਸੀ ਕਿ ਲੋਕਾਂ ਨੇ ਰੱਬ ਤੋਂ ਮੁਨਕਰ ਭਗਤ ਸਿੰਘ ਨੂੰ ਸ਼ਹੀਦ ਆਜ਼ਮ ਦਾ ਖਿਤਾਬ ਬਖਸ਼ ਦਿੱਤਾ। ਜਦੋਂ ਫਾਂਸੀ ਦਾ ਤਖਤਾ ਸਾਹਮਣੇ ਹੋਵੇ, ਮੌਤ ਸਿਰ ਉੱਤੇ ਨੱਚਦੀ ਹੋਵੇ, ਉਦੋਂ ਸਾਬਤ ਕਦਮ ਰਹਿ ਕੇ ਆਪਣੇ ਅਕੀਦਿਆਂ, ਆਪਣੀ ਸੋਚ ਉੱਤੇ ਪਹਿਰਾ ਦੇਣਾ ਡਾਢਾ ਔਖਾ ਹੁੰਦਾ ਹੈ। ਇਮਤਿਹਾਨ ਹੁੰਦਾ ਹੈ। ਸ਼ਹੀਦ ਭਗਤ ਸਿੰਘ ਇਸ ਪਰਖ ਵਿੱਚੋਂ ਅੱਵਲ ਦਰਜੇ 'ਚ ਪਾਸ ਹੋਇਆ। ਪੇਸ਼ ਹੈ ਮਾਸਟਰ ਤਰਲੋਚਨ ਸਿੰਘ ਸਮਰਾਲਾ ਦੀ ਆਵਾਜ਼ ਤੇ ਅੰਦਾਜ਼ ਵਿੱਚ ਉਹਨਾਂ ਇਤਿਹਾਸਕ ਪਲਾਂ ਦੀ ਜਿਉਂਦੀ ਜਾਗਦੀ ਤਸਵੀਰ। ਭਗਤ ਸਿੰਘ ਜੇਲ੍ਹ ਵਿੱਚ ਹੈ, ਫਾਂਸੀ ਨੂੰ ਉਡੀਕਦਾ ਹੈ। ਉਹ ਇਸ ਨਾਜ਼ੁਕ ਮੌਕੇ ਵੀ ਇੱਕ ਸੰਵਾਦ ਰਚਾ ਰਿਹਾ ਹੈ ਆਪਣੇ ਪਿਆਰੇ ਲੋਕਾਂ ਦੇ ਨਾਲ। ਆਓ ਆਪਾਂ ਵੀ ਮਨ ਚਿੱਤ ਲਾ ਕੇ ਸ਼ਹੀਦ ਆਜ਼ਮ ਦੇ ਬੋਲਾਂ ਨੂੰ ਸੁਣੀਏ ਕਿ ਮੈਂ ਨਾਸਤਕ ਕਿਉਂ ਹਾਂ, ਕਿ ਮੈਂ ਨਾਸਤਕ ਆ ਇੱਕ ਨਵੀਂ ਸਮੱਸਿਆ ਖੜੀ ਹੋ ਗਈ। ਸਵਾਲ ਪੈਦਾ ਹੋ ਗਿਆ ਹੈ ਕਿ ਸਰਵ ਸ਼ਕਤੀਮਾਨ, ਕਣ ਕਣ ਵਿੱਚ ਬਿਰਾਜਮਾਨ, ਸਰਬੱਤ ਦਾ ਭਲਾ ਕਰਨ ਵਾਲੇ ਰੱਬ ਦੀ ਹੋਂਦ ਦੇ ਵਿੱਚ ਜੇ ਮੈਂ ਵਿਸ਼ਵਾਸ ਨਹੀਂ ਕਰਦਾ ਤਾਂ ਕਿਤੇ ਮੇਰੇ ਹੰਕਾਰ ਕਰਕੇ ਤਾਂ ਨਹੀਂ, ਜਾਂ ਹਉਮੈ ਕਰਕੇ ਤਾਂ ਨਹੀਂ। ਦੇਖੋ, ਮੈਨੂੰ ਤਾਂ ਇਹਦਾ ਚੇਤਾ ਵੀ ਨਹੀਂ ਸੀਗਾ ਵੀ ਕਦੇ ਕਿਸੇ ਵੇਲੇ ਮੈਨੂੰ ਇਹੋ ਜਿਹੀ ਸਮੱਸਿਆ ਦਾ ਸਾਹਮਣਾ ਕਰਨਾ ਪਊ। ਮੇਰੇ ਕੁਝ ਦੋਸਤਾਂ ਨਾਲ ਗੱਲਬਾਤ ਕਰਨ ਤੇ ਮੈਨੂੰ ਤਾਂ ਪਤਾ ਲੱਗਿਆ ਕਿ ਮੇਰੇ ਕੁਝ ਦੋਸਤਾਂ ਨੇ, ਦੇਖੋ ਜੇ ਦੋਸਤੀ ਦਾ ਮੇਰਾ ਇਹ ਦਾਅਵਾ ਗਲਤ ਨਾ ਹੋਵੇ ਤਾਂ, ਕਿ ਮੇਰੇ ਕੁਝ ਦੋਸਤਾਂ ਨੇ ਮੇਰੇ ਨਾਲ ਬੜੇ ਥੋੜੇ ਜਿਹੇ ਮੇਲ ਜੋਲ ਤੋਂ ਮਗਰੋਂ ਹੀ ਇਹ ਨਤੀਜਾ ਕੱਢ ਲਿਆ ਕਿ ਮੇਰਾ ਰੱਬ ਦੀ ਹੋਂਦ ਤੋਂ ਇਨਕਾਰੀ ਹੋਣਾ ਮੇਰੀ ਮੂਰਖਮਤੀ ਹੈ, ਤੇ ਨਾਲ ਹੀ ਇਹ ਨਿਚੋੜ ਵੀ ਕੱਢ ਮਾਰਿਆ ਕਿ ਮੇਰਾ ਘਮੰਡ, ਮੇਰਾ ਹੰਕਾਰ ਹੀ ਮੇਰੇ ਇਨਕਾਰੀ ਹੋਣ ਦਾ ਕਾਰਨ ਹੈ। ਕੁਛ ਵੀ ਹੋਵੇ, ਸਮੱਸਿਆ ਹੈ ਤਾਂ ਗੰਭੀਰ। ਦੇਖੋ, ਮੈਂ ਇਹ ਦਾਅਵਾ ਵੀ ਨਹੀਂ ਕਰਦਾ ਕਿ ਮੈਂ ਇਹਨਾਂ ਇਨਸਾਨੀ ਵਤੀਰਿਆਂ ਤੋਂ ਉੱਪਰ ਹਾਂ। ਮੈਂ ਵੀ ਤਾਂ ਇਨਸਾਨ ਹਾਂ, ਇਸ ਤੋਂ ਵੱਧ ਕੁਝ ਹੈ ਵੀ ਨਹੀਂ, ਤੇ ਇਸ ਤੋਂ ਵੱਧ ਹੋਣ ਦਾ ਕੋਈ ਦਾਅਵਾ ਵੀ ਨਹੀਂ ਕਰ ਸਕਦਾ। ਖੈਰ, ਇੱਕ ਕਮਜ਼ੋਰੀ ਮੇਰੇ 'ਚ ਹੈਗੀ ਹੈ ਕਿ ਹਉਮੈ ਜਾਂ ਅਹੰਕਾਰ ਮੇਰੇ ਸੁਭਾਅ ਦਾ ਵੀ ਕੰਗ ਹੈ। ਮੈਂ ਆਪਣੇ ਸਾਥੀਆਂ ਦੇ ਵਿੱਚ ਤਾਨਾਸ਼ਾਹ ਕਰਕੇ ਜਾਣਿਆ ਜਾਂਦਾ ਸੀ। ਇੱਥੋਂ ਤੱਕ ਕਿ ਮੇਰਾ ਇੱਕ ਬੇਲੀ, ਮੇਰਾ ਇੱਕ ਦੋਸਤ ਬੀਕੇ ਦੱਤ ਕਦੇ ਕਦੇ ਮੈਨੂੰ ਡਿਕਟੇਟਰ ਕਿਹਾ ਕਰਦਾ ਸੀ। ਤੇ ਕਈ ਮੌਕੇ ਇਹੋ ਜਿਹੇ ਵੀ ਆਏ ਜਦੋਂ ਮੈਨੂੰ ਹੈਂਕੜਬਾਜ਼ ਵੀ ਕਿਹਾ ਗਿਆ। ਕੁਝ ਮਿੱਤਰ ਮੇਰੇ ਪੂਰੀ ਗੰਭੀਰਤਾ ਨਾਲ ਮੇਰੇ ਤੇ ਇਲਜ਼ਾਮ ਲਾਉਂਦੇ ਰਹੇ ਕਿ ਮੈਂ ਦੂਜਿਆਂ ਦੇ ਉੱਤੇ ਆਪਣੀ ਰਾਏ ਮੜ ਦਿੰਦਾ ਤੇ ਆਖਰ ਦੇ ਵਿੱਚ ਆਪਣੀ ਗੱਲ ਮਨਵਾ ਹੀ ਲੈਂਦਾ। ਦੇਖੋ, ਮੈਂ ਇਸ ਗੱਲੋਂ ਮੁਕਰਦਾ ਵੀ ਨਹੀਂ, ਇਹ ਗੱਲ ਹੈ ਤਾਂ ਸਹੀ, ਪਰ ਕਿਸੇ ਹੱਦ ਤੱਕ। ਤੁਸੀਂ ਇਹਨੂੰ ਹੰਕਾਰ ਵੀ ਕਹਿ ਸਕਦੇ ਹੋ। ਜਿੱਥੋਂ ਤੱਕ ਸਮਾਜ ਦੀਆਂ ਪਛਾਂ ਖਿੱਚੂ ਜਾਂ ਰੂੜੀਵਾਦੀ ਰਵਾਇਤਾਂ ਦੇ ਵਿਰੋਧ ਦਾ ਸਵਾਲ ਹੈ, ਮੈਂ ਅਹੰਕਾਰੀ ਹੈਗਾ, ਪਰ ਇਹ ਮੇਰੀ ਕੋਈ ਨਿੱਜੀ ਜਾਂ ਜ਼ਾਤੀ ਗੱਲ ਨਹੀਂ ਹੈ। ਚਾਹੇ ਅਪਮਾਨ ਕਹਿ ਲੋ ਜਾਂ ਹੰਕਾਰ ਕਹਿ ਲੋ, ਇਹ ਕਿਸੇ ਬੰਦੇ ਦੇ ਵਿੱਚ ਲੋੜ ਤੋਂ ਵੱਧ ਆਪਣੇ ਆਪ ਤੇ ਮਾਣ ਦਾ ਪ੍ਰਗਟਾਵਾ ਹੋਇਆ। ਸਵਾਲ ਪੈਦਾ ਹੁੰਦਾ ਹੈ ਕਿ ਕੀ ਮੈਂ ਬੇਲੋੜੇ ਮਾਣ ਕਰਕੇ ਜਾਂ ਮੈਂ ਆਪਾ ਚਮਕਾਉਣ ਕਰਕੇ ਨਾਸਤਕ ਬਣੇ, ਤੇ ਜਾਂ ਫਿਰ ਇਸ ਵਿਸ਼ੇ ਦੇ ਉੱਤੇ ਡੂੰਘੀ ਸੋਚ ਵਿਚਾਰ ਤੇ ਖੋਜਬੀਨ ਕਰਨ ਤੋਂ ਬਾਅਦ ਹੀ ਨਾਸਤਕ ਬਣੇ। ਇਹ ਹੈ ਉਹ ਸਵਾਲ, ਬੁਨਿਆਦੀ ਸਵਾਲ, ਜਿਹਦੇ ਬਾਰੇ ਮੈਂ ਗੱਲਬਾਤ ਜਾਂ ਚਰਚਾ ਕਰਨੀ ਚਾਹੁੰਦਾ। ਸਭ ਤੋਂ ਪਹਿਲਾਂ ਇਹ ਨਿਬੇੜਾ ਵੀ ਕਰ ਹੀ ਲਈਏ ਕਿ ਅਪਮਾਨ ਜਾਣੀ ਆਪਣੇ ਆਪ ਤੇ ਕੁਝ ਲੋੜੋਂ ਵੱਧ ਹੀ ਮਾਣ ਕਰੀ ਜਾਣਾ ਤੇ ਹੰਕਾਰ ਜਾਂ ਘਮੰਡ ਦੋ ਵੱਖੋ ਵੱਖਰੀਆਂ ਗੱਲਾਂ। ਮੈਨੂੰ ਇਸ ਗੱਲ ਦੀ ਹੁਣ ਤੱਕ ਸਮਝ ਨਹੀਂ ਆਈ ਕਿ ਬੇਲੋੜਾ ਮਾਣ ਜਾਂ ਫੋਕਾ ਜਾਂ ਅਪਮਾਨ ਕਿਸੇ ਬੰਦੇ ਲਈ ਰੱਬ ਦੀ ਹੋਂਦ 'ਚ ਯਕੀਨ ਜਣੀ ਆਸਤਕਤਾ ਦੇ ਰਾਹ ਦੇ ਵਿੱਚ ਰੋੜਾ ਕਿਵੇਂ ਬਣ ਸਕਦਾ। ਮੈਂ ਕਿਸੇ ਸੱਚੀ ਮੁੱਚੀ ਦੇ ਮਹਾਨ ਬੰਦੇ ਦੀ ਮਹਾਨਤਾ ਨੂੰ ਮੰਨਣ ਤੋਂ ਇਨਕਾਰੀ ਹੋ ਸਕਦਾ, ਬਸ਼ਰਤੇ ਕਿ ਮੈਨੂੰ ਐਵੇਂ ਮੁਫਤ 'ਚ ਰਾਹ ਜਾਂਦੇ ਸ਼ੋਹਰਤ ਹੱਥ ਲੱਗ ਗਈ ਹੋਵੇ, ਜਾਂ ਫਿਰ ਮਹਾਨ ਹੋਣ ਲਈ ਜਿਹੜੇ ਗੁਣ ਚਾਹੀਦੇ ਨੇ ਸੱਚੀ ਮੁੱਚੀ ਮੇਰੇ 'ਚ ਨਾ ਹੋਣ।
ਇਹ ਗੱਲ ਤਾਂ ਚਲੋ ਸਮਝ ਪੈਂਦੀ ਹੈ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਕੋਈ ਆਸਤਕ ਆਪਣੇ ਹੰਕਾਰ ਕਰਕੇ ਹੀ ਨਾਸਤਕ ਹੋ ਜਾਵੇ। ਸਿਰਫ ਦੋ ਹੀ ਗੱਲਾਂ ਹੋ ਸਕਦੀਆਂ ਕਿ ਬੰਦਾ ਜਾਂ ਤਾਂ ਆਪਣੇ ਆਪ ਨੂੰ ਰੱਬ ਦਾ ਸ਼ਰੀਕ ਸਮਝਣਾ ਸ਼ੁਰੂ ਕਰ ਦੇ ਤੇ ਜਾਂ ਫਿਰ ਆਪ ਰੱਬ ਬਣ ਕੇ ਬਹਿ ਜਾਏ। ਉਹ ਦੋਹਾਂ ਹਾਲਤਾਂ ਵਿੱਚ ਹੀ ਉਹ ਸਹੀ ਮਾਇਨਿਆਂ ਦੇ ਵਿੱਚ ਨਾਸਤਕ ਨਹੀਂ ਹੋ ਸਕਦਾ। ਪਹਿਲੀ ਹਾਲਤ ਦੇ ਵਿੱਚ ਉਹ ਆਪਣੇ ਰੱਬ ਜਾਂ ਸ਼ਰੀਕ ਦੀ ਰਕੀਬ ਦੀ ਹੋਂਦ ਤੋਂ ਮੁੱਕਰ ਨਹੀਂ ਸਕਦਾ। ਦੂਜੀ ਹਾਲਤ ਵਿੱਚ ਵੀ ਉਹ ਕਿਸੇ ਸੁਚੇਤ ਸੱਤਾ ਦੀ ਹੋਂਦ ਨੂੰ ਮੰਨ ਨਹੀਂ ਰਿਹਾ ਹੁੰਦਾ ਨਾ, ਜਿਹੜੀ ਪਰਦੇ ਦੇ ਪਿੱਛੇ ਬੈਠੀ ਸਾਰੀ ਪ੍ਰਕਿਰਤੀ ਨੂੰ ਚਲਾ ਰਹੀ ਹੈ। ਇਸ ਗੱਲ ਦੀ ਸਾਡੇ ਲਈ ਕੋਈ ਅਹਿਮੀਅਤ ਨਹੀਂ ਕਿ ਉਹ ਆਪਣੇ ਆਪ ਨੂੰ ਰੱਬ ਸਮਝਦਾ, ਜੋ ਆਪਣੇ ਆਪ ਨੂੰ ਰੱਬ ਤੋਂ ਵੱਖਰੀ ਕੋਈ ਪਰਮ ਸੱਤਾ ਮੰਨਦਾ ਜਾਂ ਕਹਿੰਦਾ। ਅਸਲ ਨੁਕਤਾ ਇਹ ਹੈ ਕਿ ਦੋਹਾਂ ਹਾਲਤਾਂ ਦੇ ਵਿੱਚ ਉਹਦਾ ਰੱਬ ਦੇ ਵਿੱਚ ਯਕੀਨ ਕਾਇਮ ਰਹਿੰਦਾ, ਬਣਿਆ ਰਹਿੰਦਾ। ਉਸ ਨੂੰ ਕਿਸੇ ਵੀ ਤਰ੍ਹਾਂ ਕਿਸੇ ਵੀ ਪੈਮਾਨੇ ਦੇ ਮੁਤਾਬਕ ਨਾਸਤਕ ਨਹੀਂ ਕਿਹਾ। ਮੈਂ ਇਹੀ ਕਹਿਣਾ ਚਾਹੁੰਦਾ ਹੈ ਕਿ ਮੈਂ ਭਗਤ ਸਿੰਘ ਉੱਪਰਲੀਆਂ ਦੋਹਾਂ ਕਿਸਮਾਂ 'ਚ ਨਹੀਂ ਹੁੰਦਾ। ਮੈਂ ਤਾਂ ਕਿਸੇ ਵੀ ਸ਼ਕਤੀਮਾਨ ਜਾਂ ਸਭ ਤੋਂ ਉੱਪਰ ਜਾਂ ਵੱਡੀ ਸੱਤਾ ਦੀ ਹੋਂਦ ਤੋਂ ਮੂਲੋਂ ਹੀ ਮੁਨਕਰ ਆ ਵੀ। ਇਸ ਤਰ੍ਹਾਂ ਕਿਉਂ ਹੈ? ਮੈਂ ਇਸ ਤਰ੍ਹਾਂ ਕਿਉਂ ਸੋਚਦਾ ਹਾਂ? ਚਲੋ ਇਹਦੇ ਬਾਰੇ ਅੱਗੇ ਚੱਲ ਕੇ ਵਿਚਾਰ ਚਰਚਾ ਜ਼ਰੂਰ ਕਰੂੰਗਾ। ਇੱਥੇ ਮੈਂ ਇਹ ਗੱਲ ਸਾਫ਼ ਕਰ ਦੇਣੀ ਜ਼ਰੂਰੀ ਸਮਝਦਾ ਹਾਂ ਕਿ ਦੇਖੋ, ਮੈਂ ਹੰਕਾਰ ਕਰਕੇ ਨਾਸਤਕਤਾ ਦੇ ਸਿਧਾਂਤ ਨੂੰ ਨਹੀਂ ਅਪਣਾਇਆ। ਨਾ ਤਾਂ ਮੈਂ ਰੱਬ ਦਾ ਸ਼ਰੀਕ ਹਾਂ ਤੇ ਨਾ ਹੀ ਕੋਈ ਰੱਬੀ ਅਵਤਾਰ, ਨਾ ਹੀ ਮੈਂ ਆਪਣੇ ਆਪ ਪਰਮਾਤਮਾ ਹਾਂ। ਦੇਖੋ, ਇੱਕ ਗੱਲ ਤਾਂ ਪੱਕੀ ਹੈ ਕਿ ਇਹ ਸੋਚ ਮੈਂ ਘਮੰਡ ਕਰਕੇ ਤਾਂ ਨਹੀਂ ਅਪਣਾਈ। ਇਸ ਇਲਜ਼ਾਮ ਦਾ ਜਵਾਬ ਦੇਣ ਲਈ ਮੈਂ ਇੱਕ ਤੱਥ ਬਿਆਨ ਕਰਦਾ। ਦੇਖੋ, ਮੇਰੇ ਦੋਸਤ ਕਹਿੰਦੇ ਆ ਕਿ ਦਿੱਲੀ ਬੰਬ ਕੇਸ ਜਾਂ ਲਾਹੌਰ ਸਾਜ਼ਿਸ਼ ਕੇਸ ਦੌਰਾਨ ਜਿਹੜੀ ਮੈਨੂੰ ਬੇਲੋੜੀ ਸ਼ੋਹਰਤ ਮਿਲ ਗਈ, ਉਹਦੇ ਕਰਕੇ ਮੇਰੇ 'ਚ ਇੱਕ ਫੋਕੀ ਟੌਰ ਆ ਗਈ। ਚਲੋ ਆਪਾਂ ਇਹ ਵੀ ਦੇਖ ਲੈਂਦੇ ਹਾਂ ਕਿ ਉਹਨਾਂ ਦੇ ਇਹ ਕਥਨ, ਉਹਨਾਂ ਦੀ ਇਹ ਗੱਲ ਕਿੰਨੀ ਕੁ ਠੀਕ ਹੈ। ਮੈਂ ਪਿੱਛੇ ਜੇ ਵਾਪਰੀਆਂ ਘਟਨਾਵਾਂ ਕਰਕੇ ਤਾਂ ਨਾਸਤਕ ਨਹੀਂ ਨਾ ਬਣਿਆ। ਮੈਂ ਤਾਂ ਰੱਬ ਨੂੰ ਮੰਨਣੋਂ ਉਦੋਂ ਹੀ ਹਟ ਗਿਆ ਸੀ ਜਦੋਂ ਮੈਂ ਜੇ ਮਸ਼ਹੂਰ ਜਿਹਾ ਮੁੰਡਾ ਸੀ, ਜਦ ਮੇਰੇ ਦੋਸਤ ਰੱਬ ਦੀ ਹੋਂਦ ਬਾਰੇ ਵੀ ਸੁਚੇਤ ਨਹੀਂ ਸੀ। ਦੇਖੋ, ਘੱਟੋ ਘੱਟ ਕਾਲਜ ਪੜ੍ਹਦਾ ਕੋਈ ਵਿਦਿਆਰਥੀ ਇੰਨਾ ਅਭਿਮਾਨੀ ਜਾਂ ਘਮੰਡੀ ਤਾਂ ਨਹੀਂ ਹੋ ਸਕਦਾ ਕਿ ਉਹ ਰੱਬ ਦੀ ਹੋਂਦ ਤੋਂ ਹੀ ਮੁਨਕਰ ਹੋ ਜਾਏ। ਭਾਵੇਂ ਕੁਝ ਪ੍ਰੋਫੈਸਰ ਮੈਨੂੰ ਪਸੰਦ ਕਰਦੇ ਸੀ, ਕੁਝ ਨਾ ਪਸੰਦ ਵੀ ਕਰਦੇ ਸੀ, ਪਰ ਮੈਂ ਕਦੇ ਵੀ ਮਿਹਨਤੀ ਮੁੰਡਾ ਨਹੀਂ ਸੀ। ਅਹੰਕਾਰ ਵਰਗੇ ਵਿਚਾਰ ਰੱਖਣ ਦਾ ਦੇਖੋ ਮੈਨੂੰ ਕੋਈ ਮੌਕਾ ਹੀ ਨਹੀਂ ਮਿਲਿਆ। ਮੈਂ ਬਹੁਤ ਹੀ ਸੰਗਾਊ ਜਿਹਾ, ਭਵਿੱਖ ਚੁਲਝਿਆ ਰਹਿਣ ਵਾਲਾ ਮੁੰਡਾ ਸੀ ਤੇ ਉਹਨਾਂ ਦਿਨਾਂ ਦੇ ਵਿੱਚ ਮੈਂ ਪੱਕਾ ਨਾਸਤਕ ਨਹੀਂ ਸੀ। ਮੈਂ ਆਪਣੇ ਬਾਬਾ ਜੀ ਦੇ ਅਸਰ ਦੇ ਹੇਠ ਵੱਡਾ ਹੋਇਆ ਤੇ ਉਹ ਪੱਕੇ ਆਰੀਆ ਸਮਾਜੀ ਸੀ। ਕੋਈ ਆਰੀਆ ਸਮਾਜੀ ਹੋਰ ਤਾਂ ਸਭ ਕੁਝ ਹੋ ਸਕਦਾ, ਪਰ ਨਾਸਤਿਕ ਨਾਸਤਿਕ ਕਦੇ ਨਹੀਂ ਹੋ ਸਕਦਾ। ਮੈਂ ਆਪਣੀ ਪ੍ਰਾਇਮਰੀ ਦੀ ਪੜ੍ਹਾਈ ਮੁਕਾ ਕੇ ਲਾਹੌਰ ਦੇ DAV ਸਕੂਲ 'ਚ ਦਾਖਲ ਹੋ ਗਿਆ ਤੇ ਇਹਦੇ ਬੋਰਡਿੰਗ ਸਕੂਲ 'ਚ ਪੂਰਾ 1 ਸਾਲ ਰਿਹਾ। 1 ਸਾਲ ਉੱਥੇ ਸਵੇਰ ਤੇ ਤਰਕਾਲ ਸੰਧਿਆ ਜਣੀ ਆਥਣ ਦੀਆਂ ਪ੍ਰਾਰਥਨਾਵਾਂ ਤੋਂ ਛੁੱਟ ਮੈਂ ਘੰਟਿਆਂ ਬੱਧੀ ਗਾਇਤਰੀ ਮੰਤਰ ਦਾ ਜਾਪ ਕਰਿਆ ਕਰਦਾ ਸੀ। ਉਹਨਾਂ ਦਿਨਾਂ 'ਚ ਮੈਂ ਪੱਕਾ ਸ਼ਰਧਾਲੂ ਸੀ। ਫਿਰ ਮੈਂ ਆਪਣੇ ਪਿਤਾ ਜੀ ਨਾਲ ਰਹਿਣਾ ਸ਼ੁਰੂ ਕਰ ਦਿੱਤਾ। ਉਹਨਾਂ ਦੀ ਧਰਮ ਬਾਰੇ ਸੋਚ ਖੁੱਲੀ ਡੁੱਲੀ ਜਾਂ ਐਂ ਕਹਿ ਲਓ ਕਿ ਉਦਾਰ ਸੀ। ਉਹਨਾਂ ਦੀਆਂ ਸਿੱਖਿਆਵਾਂ ਕਰਕੇ ਹੀ ਮੈਂ ਆਪਣੀ ਜ਼ਿੰਦਗੀ ਆਜ਼ਾਦੀ ਦੇ ਆਦਰਸ਼ ਨੂੰ ਅਰਪਣ ਕੀਤੀ। ਪਰ ਵੀ ਉਹ ਤਾਂ ਨਾਸਤਕ ਨਹੀਂ ਸੀਗੇ ਨਾ। ਰੱਬ ਵਿੱਚ ਉਹਨਾਂ ਦਾ ਵਿਸ਼ਵਾਸ ਬਹੁਤ ਪੱਕਾ ਸੀ। ਉਹ ਰੋਜ਼ ਹੀ ਮੈਨੂੰ ਅਰਦਾਸ ਕਰਨ ਨੂੰ ਕਿਹਾ ਕਰਦੇ ਸੀ। ਸੋ ਮੇਰਾ ਪਾਲਣ ਪੋਸ਼ਣ ਕੁਛ ਇਸ ਢੰਗ ਨਾਲ ਹੋਇਆ ਤੇ ਨਾ ਮਿਲ ਵਰਤਣ ਲਹਿਰ ਦੇ ਦਿਨਾਂ ਦੇ ਵਿੱਚ ਮੈਂ ਲਾਹੌਰ ਨੈਸ਼ਨਲ ਕਾਲਜ ਦੇ ਵਿੱਚ ਦਾਖਲ ਹੋ ਗਿਆ। ਉੱਥੇ ਹੀ ਮੈਂ ਸਾਰੀਆਂ ਧਾਰਮਿਕ ਸਮੱਸਿਆਵਾਂ ਬਾਰੇ, ਉੱਥੋਂ ਤੱਕ ਕਿ ਰੱਬ ਬਾਰੇ ਵੀ ਖੁੱਲ੍ਹ ਕੇ ਸੋਚਣਾ ਸ਼ੁਰੂ ਕਰ ਦਿੱਤਾ ਤੇ ਵਿਚਾਰ ਵਟਾਂਦਰਾ ਕਰਨਾ ਵੀ ਸ਼ੁਰੂ ਕਰ ਦਿੱਤਾ। ਵੈਸੇ ਉਦੋਂ ਵੀ ਮੇਰਾ ਰੱਬ ਦੀ ਹੋਂਦ ਦੇ ਵਿੱਚ ਵਿਸ਼ਵਾਸ ਹੈ ਸੀ। ਉਦੋਂ ਮੈਂ ਦਾੜੀ ਕੇਸ ਵੀ ਰੱਖ ਲਏ ਸੀ, ਤਾਂ ਵੀ ਮੈਂ ਸਿੱਖੀ ਦੇ ਮਿਥਿਹਾਸ ਜਾਂ ਸਿਧਾਂਤ ਜਾਂ ਫਿਰ ਕਿਸੇ ਹੋਰ ਧਰਮ ਦੇ ਵਿੱਚ ਵਿਸ਼ਵਾਸ ਨਾ ਕਰ ਸਕਿਆ। ਪਰ
ਰੱਬ ਦੀ ਹੋਂਦ ਦੇ ਵਿੱਚ ਉਦੋਂ ਵੀ ਮੇਰਾ ਪੱਕਾ ਯਕੀਨ ਸੀ। ਫਿਰ ਮੈਂ ਇਨਕਲਾਬੀ ਪਾਰਟੀ ਸ਼ਾਮਲ ਹੋ ਗਿਆ। ਜਿਹੜੇ ਪਹਿਲੇ ਆਗੂ ਨੂੰ ਮੈਂ ਮਿਲਿਆ ਉਹ ਤਾਂ ਰੱਬ ਦੀ ਹੋਂਦ ਤੋਂ ਮੁਨਕਰ ਹੋਣ ਦਾ ਹੌਸਲਾ ਤੱਕ ਨਹੀਂ ਸੀ ਕਰ ਸਕਦਾ, ਭਾਵੇਂ ਉਹ ਇਹਦੇ ਬਾਰੇ ਪੂਰਾ ਸੁਚੇਤ ਤੇ ਜਾਣੂ ਵੀ ਨਹੀਂ ਸੀ। ਮੈਂ ਉਹ ਤੋਂ ਬਾਰ-ਬਾਰ ਰੱਬ ਬਾਰੇ ਪੁੱਛੀ ਜਾਣਾ ਤੇ ਉਹਨੇ ਪਤਾ ਕੀ ਕਹਿਣਾ, ਉਹਨੇ ਕਹਿ ਦੇਣਾ ਕਿ ਜਾਂ ਤੇਰਾ ਜੀ ਕਰੇ ਭਾਈ ਧਿਆ ਲਿਆ ਕਰ। ਨਾਸਤਿਕਤਾ ਦੇ ਸਿਧਾਂਤ ਨੂੰ ਮੰਨਣ ਲਈ ਜੋ ਹੌਸਲਾ ਚਾਹੀਦਾ ਹੈ, ਇਹ ਉਸ ਹੌਸਲੇ ਤੋਂ ਬਗੈਰ ਦੀ ਨਾਸਤਿਕਤਾ। ਮੈਂ ਜਿਹੜੇ ਦੂਜੇ ਆਗੂ ਨੂੰ ਮਿਲਿਆ ਉਹਦਾ ਦੇਖੋ ਰੱਬ ਦੇ ਪੱਕਾ ਯਕੀਨ ਸੀ। ਮੈਂ ਤੁਹਾਨੂੰ ਉਹਦਾ ਨਾਂ ਦੱਸਦਾ, ਸਾਡੇ ਮਾਣਯੋਗ ਨੇ ਕਾਮਰੇਡ ਸਕਿੰਦਰ ਨਾਥ ਸਨਿਆਲ, ਜਿਹੜੇ ਹੁਣ ਕਰਾਚੀ ਸਾਜ਼ਿਸ਼ ਕੇਸ ਦੇ ਸੰਬੰਧ ਦੇ ਵਿੱਚ ਉਮਰ ਕੈਦ ਭੁਗਤ ਰਹੇ ਹੈ। ਉਹਨਾਂ ਦੀ ਪ੍ਰਸਿੱਧ ਤੇ ਇੱਕੋ ਇੱਕ ਕਿਤਾਬ ਬੰਦੀ ਜੀਵਨ, ਤੇ ਉਸ ਕਿਤਾਬ ਦੇ ਪਹਿਲੇ ਸਫ਼ੇ ਤੇ ਹੀ ਰੱਬ ਦੀ ਸ਼ਾਨ ਦੀ ਜ਼ੋਰਦਾਰ ਮਹਿਮਾ ਕੀਤੀ ਗਈ ਤੇ ਇਸ ਖੂਬਸੂਰਤ ਕਿਤਾਬ ਦੇ ਆਖਰੀ ਸਫ਼ੇ ਵਿੱਚ ਉਹਨਾਂ ਦੀ ਵੇਦਾਂਤਵਾਦ ਕਾਰਨ ਰੱਬ ਦੀ ਰੂਹਾਨੀ ਮਹਿਮਾ ਤੇ ਉਹਨਾਂ ਦੇ ਵਿਚਾਰਾਂ ਦਾ ਸਾਰ ਤੱਤ ਹੈ। ਇਸ ਤਗਾਸੇ ਦੀ ਕਹਾਣੀ ਦੇ ਮੁਤਾਬਕ ਜੋ ਇਨਕਲਾਬੀ ਪਰਚਾ 28 ਜਨਵਰੀ 1925 ਨੂੰ ਇਸ ਹਿੰਦੁਸਤਾਨ ਭਰ 'ਚ ਵੰਡਿਆ ਗਿਆ ਸੀ ਨਾ, ਉਹ ਕਾਮਰੇਡ ਸਨਿਆਲ ਦੇ ਦਿਮਾਗ ਦੀ ਔਕਾਤ ਸੀ। ਜਿਵੇਂ ਅਕਸਰ ਹੀ ਹੁੰਦਾ ਹੈ ਕਿ ਗੁਪਤ ਸਰਗਰਮੀ ਦੇ ਵਿੱਚੋਂ ਕੋਈ ਉੱਘਾ ਆਗੂ ਆਪਣੇ ਵਿਚਾਰ ਪ੍ਰਗਟ ਕਰਦਾ ਹੈ ਜਿਹੜੇ ਕਿ ਉਹਨੂੰ ਬਹੁਤ ਹੀ ਪਿਆਰੇ ਹੁੰਦੇ, ਤਾਂ ਦੂਜੇ ਕਾਰਕੁਨ ਚਾਹੇ ਉਹ ਮਤਭੇਦ ਵੀ ਰੱਖਦੇ ਹੋਣ, ਉਹਨਾਂ ਨੂੰ ਉਸ ਆਗੂ ਦੇ ਵਿਚਾਰਾਂ ਨਾਲ ਆਪਣੀ ਸਹਿਮਤੀ ਪ੍ਰਗਟਾਉਣੀ ਪੈਂਦੀ। ਉਸ ਪਰਚੇ ਦੇ ਵਿੱਚ ਵੀ ਇੱਕ ਪੂਰਾ ਪਹਿਰਾ ਸਰਵੇਸ਼ਵਰ ਤੇ ਉਹਦੀਆਂ ਲੀਲਾਵਾਂ ਬਾਰੇ ਸੀ। ਇਹ ਰਹੱਸਵਾਦ ਹੈ। ਮੈਂ ਕਹਿਣਾ ਇਹ ਚਾਹੁੰਦਾ ਕਿ ਉਦੋਂ ਇਨਕਲਾਬੀਆਂ ਦੀ ਪਾਰਟੀ 'ਚ ਰੱਬ ਦੀ ਹੋਂਦ ਤੋਂ ਇਨਕਾਰੀ ਹੋਣ ਦਾ ਵਿਚਾਰ ਹੀ ਨਹੀਂ ਸੀ ਪੈਦਾ ਹੋਇਆ। ਕਾਕੋਰੀ ਦੇ 4 ਉੱਘੇ ਸ਼ਹੀਦਾਂ ਨੇ ਆਪਣਾ ਅੰਤਮ ਦਿਨ ਪ੍ਰਾਰਥਨਾਵਾਂ ਜਾਂ ਦੁਆਵਾਂ ਕਰਦਿਆਂ ਨੇ ਬਿਤਾਇਆ ਸੀ। ਰਾਮ ਪ੍ਰਸਾਦ ਬਿਸਮਲ ਨੇ, ਉਹ ਪੱਕੇ ਹਰੀਆ ਸਮਾਜੀ ਸੀ। ਰਾਜਨ ਲਹਿਰੀ, ਜਿਨ੍ਹਾਂ ਨੇ ਸਮਾਜਵਾਦ ਤੇ ਕਮਿਊਨਿਜ਼ਮ ਦੀ ਬਹੁਤ ਡੂੰਘੀ ਪੜ੍ਹਾਈ ਕੀਤੀ ਸੀ, ਉਹਨਾਂ ਤੋਂ ਵੀ ਉਪਨਿਸ਼ਦਾਂ ਦੇ ਮੰਤਰਾਂ ਦਾ ਜਾਪ ਕਰਨ ਤੇ ਗੀਤਾ ਦਾ ਪਾਠ ਕਰਨ ਤੋਂ ਰਿਹਾ ਨਹੀਂ ਸੀ ਗਿਆ। ਉਹਨਾਂ ਸਾਰਿਆਂ 'ਚ ਮੈਂ ਇੱਕੋ ਹੀ ਬੰਦਾ ਦੇਖਿਆ ਹੈ ਜਿਹਨੇ ਕਦੇ ਪ੍ਰਾਰਥਨਾ ਵਗੈਰਾ ਨਹੀਂ ਸੀ ਕੀਤੀ। ਉਹ ਕਹਿੰਦਾ ਹੁੰਦਾ ਸੀ, ਆਖੇ ਇਹ ਜਿਹੜਾ ਧਾਰਮਿਕ ਹੁੰਦਾ ਨਾ, ਉਹ ਕਹਿੰਦਾ ਹੁੰਦਾ ਸੀ ਕਿ ਫਲਸਫਾ ਮਨੁੱਖੀ ਕਮਜ਼ੋਰੀ ਜਾਂ ਸੀਮਤ ਗਿਆਨ ਦਾ ਹੀ ਸਿੱਟਾ ਹੈ। ਇਹ ਬੰਦਾ ਵੀ ਵੈਸੇ ਉਮਰ ਕੈਦ ਭੋਗ ਰਿਹਾ ਅੱਜ, ਪਰ ਉਹਨੂੰ ਵੀ ਕਦੇ ਕਹਿਣ ਦੀ ਹਿੰਮਤ ਨਾ ਹੋਈ ਕਿ ਰੱਬ ਹੈ ਨਹੀਂ। ਉਸ ਅਰਸੇ ਤੱਕ ਮੈਂ ਸਿਰਫ ਰੋਮਾਂਟਿਕ ਵਿਚਾਰਵਾਦੀ ਇਨਕਲਾਬੀ ਸੀ। ਵੈਸੇ ਵੀ ਉਦੋਂ ਤੱਕ ਅਸੀਂ ਸਾਰੇ ਪਿੱਛੇ ਲੱਗ ਕੇ ਕੰਮ ਕਰਨ ਵਾਲੇ ਜਾਂ ਨਿਆਈ ਕਹਿ ਲਓ, ਚੇਲੇ ਕਹਿ ਲਓ, ਇਹੀ ਸੀਗੇ। ਤੇ ਫੇਰ ਵੇਲਾ ਆ ਗਿਆ ਸਾਰੀਆਂ ਜ਼ਿੰਮੇਵਾਰੀਆਂ ਆਪਣੇ ਮੋਢਿਆਂ ਤੇ ਲੈਣ ਦਾ। ਕੁਝ ਚਿਰ ਤਾਂ ਪਾਰਟੀ ਦੀ ਅਟੱਲ ਵਿਰੋਧਤਾ ਕਰਕੇ ਇਹਦੀ ਹੋਂਦ ਹੀ ਖਤਰੇ ਦੀ ਸੀ। ਜੋਸ਼ ਨਾਲ ਭਰੇ ਹੋਏ ਸਾਥੀ ਹੀ ਨਹੀਂ, ਸਗੋਂ ਆਗੂ ਵੀ ਸਾਡਾ ਮਜ਼ਾਕ ਉਡਾਉਣ ਲੱਗੇ ਸੀ। ਕੁਝ ਚਿਰ ਤਾਂ ਦੇਖੋ ਮੈਨੂੰ ਵੀ ਇਹ ਸੰਸਾ ਰਿਹਾ ਕਿ ਕਿਸੇ ਨਾ ਕਿਸੇ ਦਿਨ ਮੈਨੂੰ ਵੀ ਆਪਣੀ ਪਾਰਟੀ ਦੀ ਪ੍ਰੋਗਰਾਮ ਦੀ ਅਸਫਲਤਾ 'ਚ ਯਕੀਨ ਹੋ ਜਾਏਗਾ। ਇਹ ਮੇਰੇ ਇਨਕਲਾਬੀ ਜੀਵਨ ਜਾਂ ਇਹ ਕਹਿ ਲਓ ਕਿ ਇਨਕਲਾਬੀ ਕੈਰੀਅਰ 'ਚ ਆਇਆ ਇੱਕ ਵੱਡਾ ਮੋੜ ਸੀ। ਚਿੰਤਨ ਕਰਨ ਦੇ ਅਹਿਸਾਸ ਦੀਆਂ ਤਰੰਗਾਂ ਮੇਰੇ ਮਨ 'ਚ ਉੱਭਰਦੇ ਰਹੀਆਂ। ਆਉਂਦਾ ਰਿਹਾ ਮਨ 'ਚ ਕਿ ਅਧਿਐਨ ਕਰ ਤਾਂ ਕਿ ਤੂੰ ਆਪਣੇ ਵਿਰੋਧੀਆਂ ਦੀਆਂ ਦਲੀਲਾਂ ਦਾ ਜਵਾਬ ਦੇਣ ਦੇ ਕਾਬਲ ਹੋ ਸਕੇ। ਅਧਿਐਨ ਕਰ, ਆਪਣੇ ਸਿਧਾਂਤ ਦੀ ਹਮਾਇਤ 'ਚ ਦਲੀਲਾਂ ਨਾਲ ਆਪਣੇ ਆਪ ਨੂੰ ਲੈਸ ਕਰਨ ਲਈ ਚਿੰਤਨ ਕਰ। ਮੈਂ ਪੜ੍ਹਨਾ ਘੋਖਣਾ ਸ਼ੁਰੂ ਕਰ ਦਿੱਤਾ। ਮੇਰੇ ਪਹਿਲੇ ਅਕੀਦਿਆਂ ਤੇ ਵਿਸ਼ਵਾਸਾਂ ਦੇ ਵਿੱਚ ਬਹੁਤ ਵੱਡੀ ਤਬਦੀਲੀ ਆ। ਸਾਡੇ ਤੋਂ ਪਹਿਲਾਂ ਦੇ ਜਿਹੜੇ ਇਨਕਲਾਬੀ ਸੀਗੇ, ਉਹਨਾਂ 'ਚ ਤਸ਼ੱਦਦ ਦੇ ਤੌਰ ਤਰੀਕਿਆਂ ਵਾਲੇ ਸਿਰਫ ਰੋਮਾਂਸ ਪਾਰੂ ਹੋਇਆ ਕਰਦਾ ਸੀ।
ਉਹਦੀ ਥਾਂ ਹੁਣ ਗੰਭੀਰ ਵਿਚਾਰਾਂ ਨੇ ਲੈ ਲਈ। ਹੁਣ ਰਹੱਸਵਾਦ ਵਾਸਤੇ ਜਾਂ ਫਿਰ ਅੰਧ ਵਿਸ਼ਵਾਸ ਵਾਸਤੇ ਕੋਈ ਜਗ੍ਹਾ ਨਾ ਰਹੀ। ਯਥਾਰਥਵਾਦ ਸਾਡਾ ਸਿਧਾਂਤ ਹੋ ਗਿਆ। ਤਾਕਤ ਦੀ ਵਰਤੋਂ ਜਾਇਜ਼ ਹੈ, ਜਾਇਜ਼ ਹੈ ਤਾਕਤ ਦੀ ਵਰਤੋਂ, ਪਰ ਸਖਤ ਲੋੜ ਤੇ। ਵੈਸੇ ਆਮ ਰੂਪ ਦੇ ਵਿੱਚ ਅਹਿੰਸਾ ਹੀ ਸਾਰੀਆਂ ਜਨਤਕ ਲਹਿਰਾਂ ਦੀ ਅਟੁੱਟ ਨੀਤੀ ਹੈ। ਮੈਂ ਤੌਰ ਤਰੀਕਿਆਂ ਬਾਰੇ ਪਹਿਲਾਂ ਹੀ ਕਾਫੀ ਕੁਝ ਕਹਿ ਚੁੱਕਾ, ਪਰ ਸਭ ਤੋਂ ਜ਼ਰੂਰੀ ਗੱਲ ਸੀ ਇਹ ਕਿ ਜਿਹੜੇ ਆਦਰਸ਼ ਖਾਤਰ ਅਸੀਂ ਜੂਝਣਾ ਹੈ, ਲੜਨਾ ਹੈ, ਉਹਦਾ ਸਪਸ਼ਟ ਸੰਕਲਪ ਜਾਂ ਨਕਸ਼ਾ ਸਾਡੇ ਸਾਹਮਣੇ ਹੋਣਾ ਚਾਹੀਦਾ। ਇਸ ਦੌਰ 'ਚ ਕਿਉਂਕਿ ਐਕਸ਼ਨ ਵਜੋਂ ਕੋਈ ਖਾਸ ਸਰਗਰਮੀਆਂ ਹੋ ਨਹੀਂ ਸੀ ਰਹੀਆਂ, ਇਸ ਕਰਕੇ ਮੈਨੂੰ ਸੰਸਾਰ ਇਨਕਲਾਬ ਦੇ ਵੱਖ-ਵੱਖ ਆਦਰਸ਼ਾਂ ਦੀ ਪੜ੍ਹਾਈ ਖਾਤਰ ਦੇਖੋ ਕਾਫੀ ਮੌਕਾ ਮਿਲਿਆ। ਮੈਂ ਅਰਾਜਕਤਾਵਾਦੀ ਲੀਡਰ ਬਾਕੂਨਿਨ ਨੂੰ ਪੜ੍ਹਿਆ, ਸਮਾਜਵਾਦ ਦੇ ਪਿਤਾਮਾ ਮਾਰਕਸ ਦੀਆਂ ਕੁਝ ਲਿਖਤਾਂ ਪੜ੍ਹੀਆਂ ਅਤੇ ਲੈਨਨ, ਟਰਾਟਸਕੀ ਅਤੇ ਆਪਣੇ ਦੇਸ਼ਾਂ 'ਚ ਸਫਲ ਇਨਕਲਾਬ ਲਿਆਉਣ ਵਾਲੇ ਹੋਰ ਵਿਅਕਤੀਆਂ ਨੂੰ ਪੜ੍ਹਿਆ। ਇਹ ਸਾਰੇ ਹੀ ਨਾਸਤਿਕ ਸੀ। ਬਾਕੂਨਿਨ ਦੀ ਕਿਤਾਬ ਹੈ ਗੌਡ ਐਂਡ ਸਟੇਟ, ਜਾਣੀ ਰੱਬ ਤੇ ਰਿਆਸਤ। ਦੇਖੋ ਹੈ ਭਾਵੇਂ ਅਧੂਰੀ ਜੀ, ਪਰ ਇਹ ਇਸ ਵਿਸ਼ੇ ਦਾ ਦਿਲਚਸਪ ਅਧਿਐਨ ਹੈ। ਇਸ ਦੇ ਪਿੱਛੋਂ ਮੇਰੇ ਹੱਥ ਲੱਗੀ ਨਿਰਲੱਭਾ ਸਵਾਮੀ ਦੀ ਕਿਤਾਬ ਕਾਮਨ ਸੈਂਸ। ਇਸ ਕਿਤਾਬ ਦੇ ਵਿੱਚ ਅਧਿਆਤਮਕ ਨਾਸਤਿਕਤਾ ਸੀ। ਇੰਜ ਇਸ ਵਿਸ਼ੇ ਦੇ ਵਿੱਚ ਮੇਰੀ ਰੁਚੀ ਬਹੁਤ ਜ਼ਿਆਦਾ ਹੋ ਗਈ। 1926 ਦੇ ਅਖੀਰ ਤੱਕ ਮੇਰਾ ਇਹ ਵਿਸ਼ਵਾਸ ਪੱਕਾ ਹੋ ਚੁੱਕਿਆ ਸੀ ਕਿ ਬ੍ਰਹਿਮੰਡ ਦੇ ਸਿਰਜਣਹਾਰ, ਪਾਲਣਹਾਰ, ਸਰਵ ਸ਼ਕਤੀਮਾਨ ਦੀ ਹੋਂਦ ਦਾ ਸਿਧਾਂਤ ਬਿਲਕੁਲ ਬੇਬੁਨਿਆਦ। ਮੈਂ ਇਸ ਵਿਸ਼ੇ ਬਾਰੇ ਆਪਣੇ ਮਿੱਤਰਾਂ ਬੇਲੀਆਂ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਮੈਂ ਐਲਾਨੀਆ ਤੌਰ ਤੇ ਨਾਸਤਿਕ ਹੋ ਚੁੱਕਿਆ ਸੀ ਤੇ ਨਾਸਤਿਕ ਹੋਣ ਦਾ ਅਰਥ ਮੈਂ ਅੱਗੇ ਬਿਆਨ ਕਰਦਾ ਹਾਂ। ਮਈ 1927 ਦੇ ਵਿੱਚ ਮੈਂ ਲਾਹੌਰ 'ਚ ਗ੍ਰਿਫਤਾਰ ਹੋਇਆ। ਮੇਰੀ ਗ੍ਰਿਫਤਾਰੀ ਮੇਰੇ ਲਈ ਉਹ ਬਹੁਤ ਹੈਰਾਨੀ ਵਾਲੀ ਗੱਲ ਸੀ। ਦੇਖੋ ਮੈਨੂੰ ਤਾਂ ਕੋਈ ਪਤਾ ਨਹੀਂ ਸੀਗਾ ਕਿ ਮੇਰੇ ਪਿੱਛੇ ਪੁਲਿਸ ਲੱਗੀ ਹੋਈ। ਜਦੋਂ ਮੈਂ ਕਿਸੇ ਬਾਗ ਦੇ ਵਿੱਚ ਦੀ ਲੰਘ ਰਿਹਾ ਸੀ ਨਾ, ਤਾਂ ਅਚਾਨਕ ਮੈਂ ਕੀ ਦੇਖਿਆ ਕਿ ਪੁਲਿਸ ਨੇ ਮੈਨੂੰ ਚਾਰ ਚਫੇਰਿਓਂ ਘੇਰਿਆ ਹੋਇਆ। ਉਦੋਂ ਮੈਂ ਬਹੁਤ ਹੀ ਠਰਮੇ ਨਾਲ ਪੇਸ਼ ਆਇਆ। ਨਾ ਤਾਂ ਮੈਨੂੰ ਕੋਈ ਘਬਰਾਹਟ ਹੋਈ ਤੇ ਨਾ ਮੈਂ ਉਤੇਜਿਤ ਹੋਇਆ। ਪੁਲਿਸ ਨੇ ਮੈਨੂੰ ਹਿਰਾਸਤ 'ਚ ਲੈ ਲਿਆ। ਅਗਲੇ ਦਿਨੋਂ ਮੈਨੂੰ ਰੇਲਵੇ ਪੁਲਿਸ ਦੀ ਜੇਲ੍ਹ ਦੇ ਵਿੱਚ ਲੈ ਗਏ, ਜਿੱਥੇ ਮੈਂ ਪੂਰਾ 1 ਮਹੀਨਾ ਕੱਟਿਆ। ਪੁਲਿਸ ਅਫਸਰਾਂ ਨਾਲ ਕਿੰਨੇ ਹੀ ਦਿਨਾਂ ਦੀ ਗੱਲਬਾਤ ਤੋਂ ਮਗਰੋਂ ਮੈਂ ਅੰਦਾਜ਼ਾ ਲਾਇਆ ਕਿ ਉਹਨਾਂ ਨੂੰ ਕਕੋਰੀ ਪਾਰਟੀ ਨਾਲ ਮੇਰੇ ਸੰਬੰਧਾਂ ਬਾਰੇ ਤੇ ਇਨਕਲਾਬੀ ਲਹਿਰ ਨਾਲ ਮੇਰੀਆਂ ਹੋਰ ਸਰਗਰਮੀਆਂ ਬਾਰੇ ਕੁਝ ਜਾਣਕਾਰੀ ਤਾਂ ਜ਼ਰੂਰ ਹੈਗੀ ਹੈ। ਉਹਨਾਂ ਨੇ ਮੈਨੂੰ ਦੱਸਿਆ ਕਿ ਕਕੋਰੀ ਵਾਲੇ ਮੁਕੱਦਮੇ ਦੀ ਸੁਣਵਾਈ ਦੌਰਾਨ ਮੈਂ ਲਖਨਊ ਵਿੱਚ ਸੀ ਤੇ ਮੈਂ ਉਹਨਾਂ ਜਣੀ ਕਕੋਰੀ ਮੁਲਜ਼ਮਾਂ ਦੇ ਨਾਲ ਉਹਨਾਂ ਨੂੰ ਫਰਾਰ ਕਰਨ ਦੀ ਕੋਈ ਯੋਜਨਾ ਬਣਾਈ ਸੀ। ਉਹਨਾਂ ਨੇ ਦੱਸਿਆ ਤੇ ਉਹਨਾਂ ਦੀ ਮਨਜ਼ੂਰੀ ਮਿਲਣ ਤੋਂ ਮਗਰੋਂ ਹੀ ਅਸੀਂ ਕੁਝ ਬੰਬ ਇਕੱਠੇ ਕੀਤੇ ਤੇ ਉਹਨਾਂ ਚੋਂ ਇੱਕ ਬੰਬ ਅਜਮਾਇਸ਼ ਵਾਸਤੇ 1926 ਵਿੱਚ ਦੁਸਹਿਰੇ ਦੇ ਮੌਕੇ ਤੇ ਜੁੜੀ ਭੀੜ ਦੇ ਉੱਤੇ ਸਿੱਟ ਦਿੱਤਾ। ਉਹਨਾਂ ਨੇ ਮੇਰੇ ਫਾਇਦੇ ਵਾਸਤੇ ਇਹ ਵੀ ਦੱਸਿਆ ਕਿ ਜੇ ਮੈਂ ਇਨਕਲਾਬੀ ਪਾਰਟੀ ਦੀਆਂ ਸਰਗਰਮੀਆਂ ਬਾਰੇ ਕੋਈ ਬਿਆਨ ਦੇ ਦਿਆਂ ਤਾਂ ਮੈਨੂੰ ਕੈਦ ਨਹੀਂ ਹੋਊਗੀ, ਸਗੋਂ ਮੈਨੂੰ ਛੱਡ ਦੇਣਗੇ, ਇਨਾਮ ਵੀ ਮਿਲੂਗਾ। ਉਹ ਮੈਨੂੰ ਅਦਾਲਤ ਦੇ ਵਿੱਚ ਵਾਅਦਾ ਮੁਆਫ ਗਵਾਹ ਵਜੋਂ ਪੇਸ਼ ਵੀ ਨਹੀਂ ਕਰਨਗੇ। ਮੈਂ ਉਹਨਾਂ ਦੀ ਇਸ ਤਜਵੀਜ਼ ਤੇ ਹੱਸ ਛੱਡਿਆ। ਇਹ ਤਾਂ ਸਰਾਸਰ ਧੋਖਾ ਸੀਗਾ। ਸਾਡੇ ਵਿਚਾਰਾਂ ਵਾਲੇ ਲੋਕ ਤਾਂ ਕਦੇ ਵੀ ਆਪਣੇ ਮਾਸੂਮ ਲੋਕਾਂ ਤੇ ਬੰਬ ਨਹੀਂ ਸੁੱਟਿਆ ਕਰਦੇ। ਇੱਕ ਦਿਨ ਸਵੇਰੇ ਮਿਸਟਰ ਨਿਊਮੈਨ, ਪੁਲਿਸ ਅਫਸਰ ਸੀ, ਨਿਊਮੈਨ ਮੇਰੇ ਕੋਲ ਆਇਆ, ਜਿਹੜਾ ਉਹਨੀ ਦਿਨ ਦੀ CID ਦਾ ਸੀਨੀਅਰ ਸੁਪਰਡੈਂਟ ਹੁੰਦਾ ਸੀ। ਉਹਨੇ ਮੇਰੇ ਨਾਲ ਬੜੀ ਲੰਬੀ ਚੌੜੀ ਹਮਦਰਦੀ ਭਰੀ ਗੱਲਬਾਤ ਤੋਂ ਮਗਰੋਂ ਆਪਣੇ ਚਿੱਤੋਂ ਬੜੀ ਮਾੜੀ ਖਬਰ ਦਿੱਤੀ
ਕਿ ਜੇ ਮੈਂ ਉਹਨਾਂ ਦੀ ਮਰਜ਼ੀ ਦੇ ਮੁਤਾਬਕ ਬਿਆਨ ਨਾ ਦਿੱਤਾ ਤਾਂ ਉਹ ਮੇਰੇ ਉੱਤੇ ਕਾਕੋਰੀ ਮੁਕੱਦਮੇ ਦੇ ਸਬੰਧ ਦੇ ਵਿੱਚ ਜੰਗ ਛੇੜਨ ਦੀ ਸਾਜ਼ਿਸ਼ ਤੇ ਦੁਸਹਿਰੇ ਵਾਲੇ ਬੰਬ ਕਾਂਡ ਦੇ ਸਬੰਧ ਦੇ ਵਿੱਚ ਵਹਿਸ਼ੀ ਕਤਲਾਂ ਦਾ ਮੁਕੱਦਮਾ ਚਲਾਉਣ ਲਈ ਮਜਬੂਰ ਹੋਣਗੇ। ਤੇ ਫਿਰ ਉਹ ਮੈਨੂੰ ਕਹਿਣ ਲੱਗਿਆ ਕਿ ਮੈਨੂੰ ਸਜ਼ਾ ਦਿਵਾਉਣ ਲਈ ਉਹਨਾਂ ਦੇ ਕੋਲ ਕੋਈ ਗਵਾਹੀ ਵੀ ਮੌਜੂਦ ਹੈ ਤੇ ਉਹਦੇ ਨਾਲੋਂ ਮੈਨੂੰ ਫਾਹੇ ਵੀ ਲਵਾ ਸਕਦੇ ਨੇ। ਭਾਵੇਂ ਮੈਂ ਬਿਲਕੁਲ ਮਾਸੂਮ ਸੀ, ਪਰ ਫਿਰ ਵੀ ਉਹਨੀ ਦਿਨੀ ਮੇਰਾ ਵਿਸ਼ਵਾਸ ਸੀ ਕਿ ਪੁਲਿਸ ਜੋ ਦਾਅਵੇ ਕਰਦੀ ਹੈ ਉਹ ਕਰ ਵੀ ਸਕਦੀ। ਉਸੇ ਦਿਨ ਕੁਝ ਪੁਲਿਸ ਅਫਸਰ ਦੋਏ ਵੇਲੇ ਰੱਬ ਦਾ ਨਾਮ ਲੈਣ ਲਈ ਮੈਨੂੰ ਪ੍ਰੇਰਨ ਲੱਗ ਪਏ ਤੇ ਅੱਗੋਂ ਮੈਂ ਸੀਗਾ ਪੱਕਾ ਨਾਸਤਕ। ਦੇਖੋ, ਮੈਂ ਆਪਣੇ ਆਪ ਨਾਲ ਹੀ ਇਹ ਫੈਸਲਾ ਵੀ ਕਰਨਾ ਚਾਹੁੰਦਾ ਸੀ ਕਿ ਕੀ ਮੈਂ ਠੰਡ ਠੇਰ ਜਾਂ ਖੁਸ਼ੀ ਦੇ ਦਿਨਾਂ 'ਚ ਹੀ ਨਾਸਤਕ ਹੋਣ ਦੀ ਫੜ ਮਾਰ ਸਕਦਾ ਜਾਂ ਫਿਰ ਇਹੀ ਜਿਹੀ ਔਖੀ ਘੜੀ 'ਚ ਵੀ ਆਪਣੇ ਅਸੂਲਾਂ ਤੇ ਸਾਬਤ ਕਦਮ ਰਹਿ ਸਕਦਾ ਜਾਂ ਨਹੀਂ ਰਹਿ ਸਕਦਾ। ਇਹ ਮੇਰੇ ਲਈ ਫੈਸਲੇ ਦੀ ਘੜੀ ਸੀ। ਵਾਹ ਸੋਚ ਵਿਚਾਰ ਤੋਂ ਮਗਰ, ਡੂੰਘੀ ਸੋਚ ਵਿਚਾਰ ਤੋਂ ਮਗਰੋਂ ਮੈਂ ਫੈਸਲਾ ਕੀਤਾ ਕਿ ਦੇਖੋ, ਮੈਂ ਰੱਬ 'ਚ ਯਕੀਨ ਨਹੀਂ ਕਰ ਸਕਦਾ, ਨਾ ਹੀ ਅਰਦਾਸ ਕਰ ਸਕਦਾ। ਤਾਂ ਮੈਂ ਕਦੇ ਅਰਦਾਸ ਕੀਤੀ ਵੀ ਨਹੀਂ। ਇਹ ਪਰਖ ਦੀ ਘੜੀ ਸੀ ਤੇ ਮੈਂ ਇਹ ਪਰਖ 'ਚ ਕਾਮਯਾਬ ਰਿਹਾ। ਮੈਂ ਕਦੇ ਇੱਕ ਪਲ ਵੀ ਕਿਸੇ ਵੀ ਕੀਮਤ ਤੇ ਆਪਣੀ ਜਾਨ ਬਚਾਉਣ ਬਾਰੇ ਨਹੀਂ ਸੋਚਿਆ। ਸੋ ਮੈਂ ਪੱਕਾ ਨਾਸਤਕ ਸੀ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਹਾਂ ਵੀ ਉਸ ਅਜਮਾਇਸ਼ ਵਿੱਚ ਪੂਰਾ ਉਤਰਨਾ, ਖਰਾ ਉਤਰਨਾ ਕੋਈ ਸੌਖੀ ਗੱਲ ਨਹੀਂ ਸੀ। ਵਿਸ਼ਵਾਸ ਮੁਸ਼ਕਲਾਂ ਨੂੰ ਘੱਟ ਕਰ ਦਿੰਦਾ ਹੈ, ਇੱਥੋਂ ਤੱਕ ਕਿ ਕਈ ਵਾਰ ਉਹਨਾਂ ਨੂੰ ਖੁਸ਼ਗਵਾਰ ਬਣਾ ਦਿੰਦਾ ਹੈ। ਬੰਦਾ ਰੱਬ ਵਿੱਚ ਧਰਵਾਸ ਤੇ ਆਸਰੇ ਦਾ ਜ਼ੋਰਦਾਰ ਅਹਿਸਾਸ ਲੱਭ ਸਕਦਾ ਹੈ। ਉਹਦੇ ਤੋਂ ਬਗੈਰ ਤਾਂ ਬੰਦੇ ਨੂੰ ਆਪਣੇ ਆਪ ਤੇ ਨਿਰਭਰ ਹੋਣਾ ਪੈਂਦਾ ਨਾ। ਝੱਖੜ ਝਾਂਜਿਆਂ ਤੇ ਤੂਫਾਨਾਂ 'ਚ ਸਾਬਤ ਕਦਮ ਰਹਿਣਾ ਬੱਚਿਆਂ ਦੀ ਖੇਡ ਨਹੀਂ ਹੋਇਆ ਕਰਦੀ। ਉਸ ਅਜਮਾਇਸ਼ ਵਿੱਚ ਪੂਰਾ ਉਤਰਨਾ, ਖਰਾ ਉਤਰਨਾ ਕੋਈ ਸੌਖੀ ਗੱਲ ਨਹੀਂ ਸੀ। ਵਿਸ਼ਵਾਸ ਮੁਸ਼ਕਲਾਂ ਨੂੰ ਘੱਟ ਕਰ ਦਿੰਦਾ ਹੈ, ਇੱਥੋਂ ਤੱਕ ਕਿ ਉਹਨਾਂ ਨੂੰ ਕਈ ਵਾਰ ਖੁਸ਼ਗਵਾਰ ਬਣਾ ਦਿੰਦਾ ਹੈ। ਬੰਦਾ ਰੱਬ ਵਿੱਚ ਧਰਵਾਸ ਦੇ ਆਸਰੇ ਦੇ ਨਾਲ ਜ਼ੋਰਦਾਰ ਅਹਿਸਾਸ ਲੱਭ ਸਕਦਾ ਹੈ। ਉਹਦੇ ਤੋਂ ਬਗੈਰ ਤਾਂ ਦੇਖੋ ਬੰਦੇ ਨੂੰ ਆਪਣੇ ਆਪ ਤੇ ਨਿਰਭਰ ਹੋਣਾ ਪੈਂਦਾ ਨਾ। ਝੱਖੜ ਝਾਂਜਿਆਂ ਤੇ ਤੂਫਾਨਾਂ ਦੇ ਵਿੱਚ ਸਾਬਤ ਕਦਮ ਰਹਿਣਾ ਬੱਚਿਆਂ ਦੀ ਖੇਡ ਨਹੀਂ। ਜਦ ਇਹੋ ਜਿਹੀਆਂ ਪਰਖ ਦੀਆਂ ਘੜੀਆਂ ਆਉਂਦੀਆਂ ਨੇ ਤੇ ਜੇ ਕਿਸੇ ਦੇ ਵਿੱਚ ਥੋੜੀ ਬਹੁਤੀ ਹਉਮੈ, ਹੰਕਾਰ ਇਹ ਬਚੇ ਹੋਣ ਤਾਂ ਉਹ ਵੀ ਕਿਤੇ ਉੱਡ ਜਾਂਦੇ ਨੇ, ਕਾਫੂਰ ਹੋ ਜਾਂਦੇ ਨੇ ਤੇ ਮਨੁੱਖ ਆਮ ਵਿਸ਼ਵਾਸਾਂ ਨੂੰ ਉਲੰਘਣ ਦੀ ਹਿੰਮਤ ਤੱਕ ਨਹੀਂ ਕਰ ਸਕਦਾ। ਤੇ ਜੇ ਉਹ ਫੇਰ ਵੀ ਇਹ ਹਿੰਮਤ ਕਰਦਾ ਹੈ, ਤਾਂ ਸਾਨੂੰ ਇਹ ਕਹਿਣਾ ਪਏਗਾ ਕਿ ਉਹਦੇ ਵਿੱਚ ਨਿੱਜੀ ਹਉਮੈ ਨਾਲੋਂ ਕੋਈ ਹੋਰ ਤਾਕਤ ਵੀ ਤਾਂ ਹੁੰਦੀ ਹੋਣੀ ਹੈ। ਹੁਣ ਹਾਲਤ ਬਿਲਕੁਲ ਇਹੀ ਹੈ। ਮੈਨੂੰ ਪਤਾ ਹੈ, ਪਹਿਲਾਂ ਹੀ ਪਤਾ ਹੈ, ਚੰਗੀ ਤਰ੍ਹਾਂ ਪਤਾ ਹੈ ਕਿ ਸਾਡਾ ਫੈਸਲਾ ਹੋਣਾ ਕੀ ਹੈ। ਹਫ਼ਤੇ ਦੇ ਅੰਦਰ ਅੰਦਰ ਉਹ ਸਾਡੇ ਬਾਰੇ ਫੈਸਲਾ ਸੁਣਾ ਦੇਣਗੇ। ਮੈਂ ਆਪਣੀ ਜ਼ਿੰਦਗੀ ਆਪਣੇ ਆਦਰਸ਼ ਖਾਤਰ ਕੁਰਬਾਨ ਕਰ ਦੇਣੀ ਹੈ। ਇਸ ਵਿਚਾਰ ਤੋਂ ਬਗੈਰ ਭਲਾ ਮੈਨੂੰ ਹੋਰ ਕਾਹਦਾ ਧਰਵਾਸ ਹੈ। ਦੇਖੋ, ਕਿਸੇ ਆਸਤਕ ਹਿੰਦੂ ਨੂੰ ਤਾਂ ਦੂਜੇ ਜਨਮ ਦੇ ਵਿੱਚ ਰਾਜ ਭਾਗ ਦੀ ਆਸ ਹੋ ਸਕਦੀ ਹੈ। ਕੋਈ ਮੁਸਲਮਾਨ ਜਾਂ ਈਸਾਈ ਵੀ ਆਪਣੀਆਂ ਮੁਸ਼ਕਲਾਂ ਤੇ ਕੁਰਬਾਨੀਆਂ ਦੇ ਵੱਟੇ ਸਵਰਗ ਦੇ ਵਿੱਚ ਐਸ਼ੋ ਇਸ਼ਰਤ ਦੀ ਕਲਪਨਾ ਕਰ ਸਕਦਾ ਹੈ। ਪਰ ਮੈਂ ਕਿਹੜੀ ਗੱਲ ਦੀ ਆਸ ਰੱਖਾਂ। ਮੈਨੂੰ ਪਤਾ ਹੈ ਕਿ ਜਿਸ ਪਲ ਵੀ ਫਾਂਸੀ ਦਾ ਰੱਸਾ ਮੇਰੇ ਗਲ 'ਚ ਪਾ ਦਿੱਤਾ ਗਿਆ ਤੇ ਮੇਰੇ ਪੈਰਾਂ ਦੇ ਹੇਠੋਂ ਤਖਤੇ ਖੋਲ ਦਿੱਤੇ ਗਏ, ਤਾਂ ਉਹੀ ਪਲ ਮੇਰਾ ਆਖਰੀ ਪਲ ਹੋਊਗਾ। ਮੇਰਾ, ਜਾਂ ਫਿਰ ਜੇ ਮਿਥਿਹਾਸਿਕ ਸ਼ਬਦਾਵਲੀ 'ਚ ਕਹੀਏ ਕਿ ਮੇਰੀ ਆਤਮਾ ਦਾ ਬਿਲਕੁਲ ਖਾਤਮਾ ਹੋ ਜਾਏਗਾ।
इस पल तो पिछों तो कुछ भी नहीं होना। जे मैं इनाम के तौर पर देखने की हिम्मत करा तो एक शानदार अंत तो सखनी जद्दो जहद भरी मुखसर जी जिंदगी हो अपने आप च मेरा नाम हो, इस तो वध कुछ नहीं। हुण जां कदे भी कुछ हासिल कर सकण दी किसे भी खुदगर्जी तो बगैर काफी बेलाग होके अपनी जिंदगी आजादी दे आदर्श दे लेखे लाई है, क्योंकि मेरे कोल इस तो बिना कोई चारा ही नहीं सी। ते जिस दिन मनुखता दी सेवा ते दुखड़े कट रही मानवता दी मुक्ति दी भावना नाल प्रेरित बहुत सारे मर्द ते औरतां सामने आ गए ਜਿਹੜੇ ਇਸ ਤੋਂ ਬਿਨਾ ਹੋਰ ਕਿਸੇ ਚੀਜ਼ ਤੇ ਜੀਵਨ ਨਹੀਂ ਲਗਾ ਸਕਦੇ। ਉਸੇ ਦਿਨ ਤੋਂ ਮੁਕਤੀ ਦਾ ਯੁੱਗ ਸ਼ੁਰੂ ਹੋ ਜਾਏਗਾ। ਉਹ ਦਮਨਕਾਰੀਆਂ ਲੋਟੂਆਂ ਤੇ ਜ਼ਾਲਮਾਂ ਨੂੰ ਇਸ ਕਰਕੇ ਨਹੀਂ ਵੰਗਾਰਨਗੇ ਕਿਉਂ ਇਸ ਜਾਂ ਉਸ ਜਨਮ ਦੇ ਵਿੱਚ ਜਾਂ ਫਿਰ ਮਰਨ ਤੋਂ ਬਾਅਦ ਸੁਰਗ 'ਚ ਜਾ ਕੇ ਰਾਜੇ ਬਣ ਗਏ ਜਾਂ ਫਿਰ ਉਹਨਾਂ ਨੂੰ ਕੋਈ ਇਨਾਮ ਮਿਲ ਜੂਗਾ। ਸਗੋਂ ਮਨੁੱਖਤਾ ਦੀ ਧੌਣ ਤੋਂ ਗੁਲਾਮੀ ਦਾ ਜੂੜਾ ਲਾਉਣ ਲਈ ਆਜ਼ਾਦੀ ਤੇ ਅਮਨ ਕਾਇਮ ਕਰਨ ਵਾਸਤੇ ਉਹ ਇਸ ਔਖੇ ਵਿਖੜੇ ਪਰ ਇੱਕੋ ਇੱਕ ਸ਼ਾਨਦਾਰ ਰਾਹ ਤੇ ਚੱਲਣਗੇ ਕਿ ਆਪਣੇ ਸੱਚੇ ਆਦਰਸ਼ ਸੁੱਚੇ ਆਦਰਸ਼ 'ਚ ਉਹਨਾਂ ਦੇ ਮਾਣ ਨੂੰ ਹੰਕਾਰ ਕਿਹਾ ਜਾ ਸਕਦਾ। ਇਹੋ ਜੀ ਘ੍ਰਿਣਤ ਬਿਆਨਬਾਜ਼ੀ ਕਰਨ ਦੀ ਜੁਰਤ ਕੌਣ ਕਰ ਸਕਦਾ? ਇਹੋ ਜੇ ਬੰਦੇ ਨੂੰ ਮੈਂ ਮੂਰਖ ਜਾਂ ਪਖੰਡੀ ਕਹਾਂਗਾ। ਚਲੋ ਆਪਾਂ ਉਹਨੂੰ ਮਾਫ ਕਰ ਦਿੰਦੇ ਹਾਂ, ਕਿਉਂਕਿ ਉਹ ਸੱਚੇ ਸੁੱਚੇ ਆਦਰਸ਼ ਵਾਲੇ ਦਿਲ ਦੇ ਜਜ਼ਬਿਆਂ ਉਹਨਾਂ ਦੀ ਭਾਵਨਾ ਤੇ ਅਹਿਸਾਸ ਨੂੰ ਜਾਣ ਹੀ ਨਹੀਂ ਸਕਦਾ। ਉਹਦੀ ਦ੍ਰਿਸ਼ਟੀ ਕਮਜ਼ੋਰ ਹੈ, ਦਿਸਦਾ ਨਹੀਂ, ਕਿਉਂਕਿ ਹੋਰਨਾਂ ਗਰਜਾਂ ਤੇ ਬੁਰਾਈਆਂ ਦਾ ਉਹਦੇ ਉੱਤੇ ਪਰਦਾ ਪਿਆ ਹੋਇਆ। ਆਪਣੇ ਆਪ ਤੇ ਭਰੋਸੇ ਜਣੀ ਸਵੈ ਵਿਸ਼ਵਾਸ ਨੂੰ ਹੰਕਾਰ ਸਮਝਿਆ ਜਾਵੇ। ਇਹ ਗੱਲ ਅਫਸੋਸਨਾਕ ਵੀ ਹੈ ਤੇ ਤਰਸਯੋਗ ਵੀ। ਪਰ ਮਿੱਤਰੋ, ਇਹਦਾ ਕੋਈ ਇਲਾਜ ਵੀ ਨਹੀਂ ਹੈ। ਤੁਸੀਂ ਕਿਸੇ ਪ੍ਰਚਲਿਤ ਵਿਸ਼ਵਾਸ ਦਾ ਵਿਰੋਧ ਕਰਕੇ ਦੇਖ ਲਓ। ਤੁਸੀਂ ਨੇਹ ਕਲੰਕ ਸਮਝੇ ਜਾਂਦੇ ਕਿਸੇ ਨਾਇਕ ਜਾਂ ਫਿਰ ਕਿਸੇ ਮਹਾਪੁਰਖ ਦੀ ਨੁਕਤਾਚੀਨੀ ਕਰਕੇ ਦੇਖ ਲਓ ਤਾਂ ਦੇਖੋ, ਤੁਹਾਡੀ ਦਲੀਲ ਦਾ ਜਵਾਬ ਤੁਹਾਨੂੰ ਘਮੰਡੀ ਜਾਂ ਹੰਕਾਰੀ ਕਰਕੇ ਦਿੱਤਾ ਜਾਊਗਾ। ਇਹਦਾ ਕਾਰਨ ਕੀ ਹੈ? ਇਹਦਾ ਕਾਰਨ ਹੈ ਕਿ ਮਾਨਸਿਕ ਤੌਰ ਤੇ ਬਹੁਤ ਵੱਡੀ ਖੜੋਤ ਆ ਚੁੱਕੀ। ਇੱਕ ਗੱਲ ਬਹੁਤ ਜ਼ਰੂਰੀ, ਆਲੋਚਨਾ ਤੇ ਸੁਤੰਤਰ ਸੋਚਣੀ ਇਨਕਲਾਬੀ ਬੰਦੇ ਦੇ ਦੋ ਲਾਜ਼ਮੀ ਗੁਣ ਹੁੰਦੇ ਆ, ਕਿਉਂਕਿ ਮਹਾਤਮਾ ਜੀ ਮਹਾਨ ਨੇ, ਇਸ ਕਰਕੇ ਕੋਈ ਉਹਨਾਂ ਦੀ ਨੁਕਤਾਚੀਨੀ ਨਾ ਕਰੇ, ਕਿਉਂਕਿ ਮਹਾਤਮਾ ਜੀ ਉੱਪਰ ਉੱਠ ਚੁੱਕੇ ਹੈ। ਸੋ ਉਹ ਰਾਜਨੀਤੀ, ਧਰਮ ਜਾਂ ਆਰਥਿਕਤਾ ਜਾਂ ਫਿਰ ਸਦਾਚਾਰ ਬਾਰੇ ਜੋ ਕੁਝ ਵੀ ਉਚਾਰਦੇ ਹੈ ਉਹ ਸਹੀ ਹੀ ਹੁੰਦਾ ਹੈ। ਤੁਸੀਂ ਭਾਵੇਂ ਮੰਨਦੇ ਹੋ ਭਾਵੇਂ ਨਹੀਂ ਮੰਨਦੇ, ਤੁਹਾਨੂੰ ਇਹ ਕਹਿਣਾ ਹੀ ਪੈਂਦਾ ਹੈ ਕਿ ਹਾਂਜੀ ਇਹ ਗੱਲ ਠੀਕ ਹੀ ਹੈ ਜੀ। ਇਹ ਮਾਨਸਿਕਤਾ ਸਾਨੂੰ ਅੱਗੇ ਵੱਲ ਨਹੀਂ ਤੋਰਦੀ, ਇਹ ਮਾਨਸਿਕਤਾ ਪਿਛਾਂਹ ਖਿੱਚੂ ਹੈ, ਸਪਸ਼ਟ ਤੌਰ ਤੇ ਪਿਛਾਂਹ ਖਿੱਚੂ, ਕਿਉਂਕਿ ਸਾਡੇ ਵਡਾਰੂਆਂ ਨੇ ਸਰਵ ਸ਼ਕਤੀਮਾਨ ਪਰਮਾਤਮਾ 'ਚ ਯਕੀਨ ਬਣਾ ਲਿਆ ਸੀ। ਇਸ ਕਰਕੇ ਕੋਈ ਵੀ ਬੰਦਾ ਜਿਹੜਾ ਉਸ ਵਿਸ਼ਵਾਸ ਜਾਂ ਉਸ ਰੱਬ ਦੀ ਹੋਂਦ ਤੋਂ ਨਾਬਰ ਹੋਣ ਦਾ ਹੌਸਲਾ ਕਰਦਾ ਹੈ, ਉਹਨੂੰ ਹਰ ਹਾਲਤ ਦੇ ਵਿੱਚ ਕਾਫਰ ਜਾਂ ਗੱਦਾਰ ਇਹ ਕਿਹਾ ਜਾਏਗਾ। ਜੇ ਉਹਦੀਆਂ ਵਜਨਦਾਰ ਦਲੀਲਾਂ ਦਾ ਕੋਈ ਘਾਟ ਨਾ ਹੋਵੇ ਤੇ ਸਰਵ ਸ਼ਕਤੀਮਾਨ ਦੀ ਕਰੋਪੀ
ਸਰਵ ਸ਼ਕਤੀਮਾਨ ਦੀ ਕਰੋਪੀ ਵੀ ਉਹਦੀ ਜ਼ੋਰ ਦਾ ਦ੍ਰਿੜਤਾ ਨੂੰ ਡੇਗ ਨਾ ਸਕੇ ਤਾਂ ਉਹਨੂੰ ਘਮੰਡੀ ਕਰਾਰ ਦੇ ਦਿੱਤਾ ਜਾਏਗਾ। ਉਹਦੀ ਦ੍ਰਿੜਤਾ ਨੂੰ ਹੰਕਾਰ ਕਿਹਾ ਜਾਏਗਾ ਤਾਂ ਫਿਰ ਇਸ ਫਜ਼ੂਲ ਬਹਿਸ ਵਕਤ ਕਾਹਨੂੰ ਖਰਾਬ ਕੀਤਾ ਜਾਏਗਾ। ਇਹ ਸਵਾਲ ਦਰਅਸਲ ਪਹਿਲੀ ਵਾਰ ਲੋਕਾਂ ਦੇ ਸਾਹਮਣੇ ਆ ਰਿਹਾ ਹੈ ਤੇ ਇਸ ਤਰੀਕੇ ਨਾਲ ਇਹਨੂੰ ਲਿਆ ਵੀ ਪਹਿਲੀ ਵਾਰ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਬਹਿਸ ਥੋੜੀ ਲੰਬੀ ਹੋ ਰਹੀ ਹੈ। ਜਿੱਥੋਂ ਤੱਕ ਪਹਿਲੇ ਸਵਾਲ ਦਾ ਤਾਲੁਕ ਹੈ, ਮੇਰਾ ਵਿਚਾਰ ਹੈ ਕਿ ਮੈਂ ਇਹ ਤਾਂ ਸਪਸ਼ਟ ਕਰ ਦਿੱਤਾ ਨਾ ਕਿ ਦੇਖੋ, ਮੈਂ ਹੰਕਾਰ ਕਰਕੇ ਤਾਂ ਨਾਸਤਕ ਨਹੀਂ ਨਾ ਬਣਿਆ। ਇਹ ਫੈਸਲਾ ਮੈਂ ਨਹੀਂ, ਸਗੋਂ ਮੇਰੇ ਪਾਠਕਾਂ ਨੇ, ਮੇਰੇ ਦੋਸਤਾਂ ਨੇ ਕਰਨਾ ਹੈ ਕਿ ਮੇਰੀਆਂ ਦਲੀਲਾਂ ਖੁਬਵੀਆਂ ਸਾਬਤ ਹੋਈਆਂ ਵੀ ਆ ਕਿ ਨਹੀਂ ਹੋਈਆਂ। ਮੈਨੂੰ ਪਤਾ ਹੈ ਕਿ ਹੁਣ ਦੀਆਂ ਹਾਲਤਾਂ 'ਚ ਜੇ ਮੈਂ ਆਸਤਕ ਹੁੰਦਾ ਨਾ ਤਾਂ ਮੇਰੀ ਜ਼ਿੰਦਗੀ ਹੁਣ ਨਾਲੋਂ ਕਾਫੀ ਸੌਖੀ ਹੋਣੀ ਸੀ ਤੇ ਮੇਰੇ ਦਿਮਾਗ ਦੇ ਉੱਤੇ ਵਜ਼ਨ ਹੁਣ ਨਾਲੋਂ ਘੱਟ ਹੋਣਾ ਸੀ। ਮੇਰੇ ਰੱਬ ਦੀ ਹੋਂਦ ਤੋਂ ਇਨਕਾਰੀ ਹੋਣ ਕਰਕੇ ਹਾਲਾਤ ਬਹੁਤ ਹੀ ਅਣਸੁਖਾਵੇਂ ਹੋ ਗਏ ਤੇ ਹਾਲਾਤ ਇਹ ਤੋਂ ਵੀ ਭੈੜੇ ਸਾਬਤ ਹੋ ਸਕਦੇ। ਥੋੜਾ ਜਿਹਾ ਰਹੱਸਵਾਦ ਹੈ ਨਾ ਜਿਹੜਾ, ਉਹ ਜ਼ਿੰਦਗੀ ਨੂੰ ਬੜਾ ਸ਼ਾਇਰਾਨਾ ਬਣਾ ਸਕਦਾ। ਪਰ ਮੈਨੂੰ ਆਪਣੇ ਅੰਤ ਵਾਸਤੇ ਮਿੱਤਰੋ ਕਿਸੇ ਨਸ਼ੇ ਦੀ ਮਦਦ ਦੀ ਲੋੜ ਨਹੀਂ। ਮੈਂ ਯਥਾਰਥਵਾਦੀ ਹਾਂ। ਮੈਂ ਤਰਕ ਦੀ, ਦਲੀਲ ਦੀ ਮਦਦ ਨਾਲ ਇਸ ਰੁਝਾਨ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਿਹਾ। ਇਸ ਕੋਸ਼ਿਸ਼ ਦੇ ਵਿੱਚ ਮੈਂ ਹਮੇਸ਼ਾ ਹੀ ਸਫਲਤਾ ਨਹੀਂ ਨਾ ਹੁੰਦਾ, ਪਰ ਬੰਦੇ ਦਾ ਫਰਜ਼ ਹੈ ਕਿ ਆਪਣੀ ਕੋਸ਼ਿਸ਼ ਕਰੀ ਜਾਏ। ਕਾਮਯਾਬੀ ਮੌਕੇ ਤੇ ਹਾਲਾਤ ਉੱਤੇ ਨਿਰਭਰ ਹੁੰਦੀ ਹੈ। ਦੂਜਾ ਸਵਾਲ ਇਹ ਹੈ ਕਿ ਜੇ ਮੈਂ ਹੰਕਾਰ ਕਰਕੇ ਨਹੀਂ ਤਾਂ ਫਿਰ ਰੱਬ ਦੀ ਹੋਂਦ ਬਾਰੇ ਮੇਰੀ ਪੁਰਾਣੀ ਤੇ ਪ੍ਰਚਲਿਤ ਧਾਰਨਾ ਨੂੰ ਨਾ ਮੰਨਣ ਦਾ ਕੋਈ ਕਾਰਨ ਤਾਂ ਹੋਏਗਾ। ਹਾਂ, ਮੈਂ ਇਸ ਸਵਾਲ ਦੇ ਵੱਲ ਆਉਣਾ ਹੈ। ਇਹ ਕਾਰਨ ਹੈਗਾ ਕਾਰਨ। ਮੇਰੇ ਵਿਚਾਰ ਦੇ ਮੁਤਾਬਕ ਜਿਸ ਬੰਦੇ ਕੋਲ ਵੀ ਥੋੜੀ ਬਹੁਤੀ ਤਰਕ ਸ਼ਕਤੀ ਹੈ, ਉਹ ਹਮੇਸ਼ਾ ਹੀ ਆਪਣੇ ਆਲੇ ਦੁਆਲੇ ਨੂੰ ਤਰਕ ਦੀ ਕਸੌਟੀ ਤੇ ਪਰਖਦਾ ਹੈ। ਜਿੱਥੇ ਸਿੱਧੇ ਸਬੂਤ ਨਹੀਂ ਮਿਲਦੇ, ਉੱਥੇ ਅਹਿਮ ਥਾਂ ਹੁੰਦੀ ਹੈ ਫਲਸਫੇ। ਜਿਵੇਂ ਮੈਂ ਪਹਿਲਾਂ ਹੀ ਕਹਿ ਚੁੱਕਿਆ ਕਿ ਮੇਰਾ ਇਨਕਲਾਬੀ ਦੋਸਤ ਕਿਹਾ ਕਰਦਾ ਸੀ ਕਿ ਫਲਸਫਾ ਮਨੁੱਖੀ ਕਮਜ਼ੋਰੀ ਦੀ ਪੈਦਾਵਾਰ ਹੈ। ਦੇਖੋ, ਜਦੋਂ ਸਾਡੇ ਵਡਾਰੂਆਂ ਨੂੰ ਇਸ ਜਗਤ ਤਮਾਸ਼ੇ ਨੂੰ ਜਾਣਨ ਦੀ ਕਾਫੀ ਫੁਰਸਤ ਮਿਲੀ, ਜਦ ਉਹਨਾਂ ਇਸ ਸੰਸਾਰ ਦੇ ਅਤੀਤ, ਵਰਤਮਾਨ ਤੇ ਭਵਿੱਖ ਬਾਰੇ ਤੇ ਹੋਰ ਬਹੁਤ ਸਾਰੇ ਸਵਾਲਾਂ ਦੇ ਸਿੱਧੇ ਸਬੂਤ ਨਾ ਮਿਲੇ, ਤਾਂ ਹਰੇਕ ਨੇ ਇਸ ਸਮੱਸਿਆ ਨੂੰ ਆਪਣੇ ਤਰੀਕੇ ਨਾਲ ਸੁਲਝਾਉਣ ਦੀ ਕੋਸ਼ਿਸ਼ ਕੀਤੀ। ਇਹੀ ਕਾਰਨ ਹੈ ਕਿ ਵੱਖ-ਵੱਖ ਧਰਮਾਂ ਦੇ ਬੁਨਿਆਦੀ ਸਿਧਾਂਤਾਂ ਦੇ ਵਿੱਚ ਵੱਡੇ-ਵੱਡੇ ਮਤਭੇਦ ਮਿਲਦੇ ਆ, ਜਿਹੜੇ ਕਦੇ-ਕਦੇ ਬਹੁਤ ਵਿਰੋਧੀ ਰੂਪ ਵੀ ਧਾਰਨ ਕਰ ਜਾਂਦੇ ਆ। ਜਿੱਥੇ ਏਸ਼ੀਆਈ ਤੇ ਯੂਰਪੀ ਫਿਲਾਸਫੀਆਂ 'ਚ ਵਖਰੇਵਾਂ ਹੈ, ਇੱਥੋਂ ਤੱਕ ਕਿ ਹਰ ਮਹਾਖੇਤਰ ਦੇ ਅੱਡੋ-ਅੱਡ ਵਿਚਾਰ ਪ੍ਰਣਾਲੀਆਂ 'ਚ ਵੀ ਮਤਭੇਦ ਮਿਲਦੇ ਆ। ਏਸ਼ੀਆਈ ਧਰਮਾਂ ਅੰਦਰ ਮੁਸਲਿਮ ਧਰਮ ਦੀ ਹਿੰਦੂ ਧਰਮ ਦੇ ਨਾਲ ਸਾਂਝ ਹੀ ਕੋਈ ਨਹੀਂ। ਹਿੰਦੁਸਤਾਨ ਦੇ ਅੰਦਰ ਜਿਹੜੇ ਬੁੱਧ ਤੇ ਜੈਨ ਧਰਮ ਨੇ ਨਾ, ਉਹ ਬ੍ਰਾਹਮਣਵਾਦ ਤੋਂ ਕਾਫੀ ਅੱਡ ਹੈ। ਔਰ ਬ੍ਰਾਹਮਣਵਾਦ ਵੀ ਕਹਾਂ ਆਰੀਆ ਸਮਾਜ ਤੇ ਸਨਾਤਨ ਧਰਮ ਵਰਗੇ ਉਹਦੇ 'ਚ ਵਿਰੋਧੀ ਮਤ। ਇੱਕ ਚਾਰਵਾਕ ਹੋਇਆ, ਪੁਰਾਣੇ ਵੇੜਿਆਂ ਦੀ ਆਜ਼ਾਦ ਸੋਚਣੀ ਵਾਲਾ ਵਿਦਵਾਨ ਮੰਨਿਆ ਜਾਂਦਾ ਉਹਨੂੰ। ਉਹਨੇ ਵੀ ਵੰਗਾਰਿਆ ਸੀ ਰੱਬ ਦੀ ਪ੍ਰਭੂ ਸੱਤਾ ਨੂੰ। ਇਹਨਾਂ ਸਾਰਿਆਂ ਹੀ ਮਤਾਂ 'ਚ ਮਤਭੇਦ ਹੈਗੇ ਆ ਤੇ ਮਤਭੇਦ ਹੈਗੇ ਆ ਬੁਨਿਆਦੀ ਸਵਾਲ ਬਾਰੇ। ਹਰੇਕ ਹੀ ਇਹ ਕਹਿੰਦਾ ਹੈ ਕਿ ਜੀ ਮੈਂ ਠੀਕ ਹੈ, ਆ ਸਾਰੀ ਬੁਰਾਈ। ਪੁਰਾਣੇ ਵਿਦਵਾਨਾਂ ਦੇ ਕੋਲ ਤਜਰਬਾ ਸੀਗਾ, ਕੁਝ ਵਿਚਾਰ ਵੀ ਸੀਗੇ। ਉਹਨਾਂ ਨੂੰ ਅਗਿਆਨਤਾ ਦੇ ਵਿੱਚ ਹੀ ਸਾਡੀ ਆਉਣ ਵਾਲੀ ਜੱਦੋ ਜਹਿਦ ਦਾ ਆਧਾਰ ਬਣਾਉਣ ਤੇ ਇਸ ਭੇਦ ਭਰੀ ਸਮੱਸਿਆ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਨ ਦੀ ਬਜਾਏ ਅਸੀਂ ਸੁਸਤ ਤੇ ਨਿਕੰਮੇ ਲੋਕ ਕੱਟੜ ਧਰਮ ਦੀ ਦੁਹਾਈ ਪਾਉਣ ਲੱਗ ਜਾਂਦੇ ਹਾਂ। ਇਸ ਤਰ੍ਹਾਂ ਕਰਕੇ ਅਸੀਂ ਮਨੁੱਖੀ ਜਾਗਰਤੀ ਚ ਆਈ ਖੜੋਤ ਦੇ ਕਸੂਰਵਾਰ ਬਣ ਜਾਂਦੇ ਹਾਂ। ਦੇਖੋ, ਜਿਹੜਾ ਵੀ ਬੰਦਾ ਇਸ ਗੱਲ ਦਾ ਹਾਮੀ ਹੈ ਵੀ ਤਰੱਕੀ ਹੋਵੇ, ਪ੍ਰਗਤੀ ਹੋਵੇ,
ਉਹਨੂੰ ਲਾਜ਼ਮੀ ਤੌਰ ਤੇ ਪੁਰਾਣੇ ਵਿਸ਼ਵਾਸ ਦੀ ਹਰ ਗੱਲ ਦੀ ਆਲੋਚਨਾ ਕਰਨੀਓ ਪੈਣੀ ਹੈ। ਇਹਦੇ 'ਚ ਅਵਿਸ਼ਵਾਸ ਪ੍ਰਗਟ ਕਰਨਾ ਹੀ ਪੈਣਾ ਤੇ ਵੰਗਾਰਨਾ ਪੈਣਾ। ਇਹਦੇ ਹਰੇਕ ਪਹਿਲੂ ਪ੍ਰਚਲਿਤ ਵਿਸ਼ਵਾਸ ਦੀ ਕੱਲੀ ਕੱਲੀ ਗੱਲ ਦੀ ਪੁਣਛਣ ਕਰਨੀਓ ਪੈਣੀ ਹੈ, ਪਰ ਪੁਣਛਣ ਕਰਨੀ ਪੈਣੀ ਹੈ ਬਾਦਲੀਲ ਪੁਣਛਣ। ਚਲੋ, ਜੇ ਕੋਈ ਦਲੀਲ ਨਾਲ ਕਿਸੇ ਫਲਸਫੇ ਜਾਂ ਸਿਧਾਂਤ ਤੇ ਯਕੀਨ ਜਾਂ ਵਿਸ਼ਵਾਸ ਕਰਨ ਲੱਗ ਜਾਵੇ, ਦੇਖੋ ਸ਼ਰਵਣਯੋਗ ਆ ਉਹਦਾ ਵਿਸ਼ਵਾਸ। ਉਹਦੀ ਦਲੀਲ ਗਲਤ ਹੋ ਸਕਦੀ ਹੈ, ਗਲਤ ਸਾਬਤ ਹੋ ਸਕਦੀ ਹੈ, ਬੇਬੁਨਿਆਦ ਹੋ ਸਕਦੀ ਹੈ। ਉਹਨੂੰ ਲਿਆਂਦਾ ਜਾ ਸਕਦਾ ਠੀਕ ਰਾਹ ਦੇ ਉੱਤੇ, ਕਿਉਂਕਿ ਉਹਦੀ ਜ਼ਿੰਦਗੀ ਦਾ ਧਰੂ ਤਾਰਾ ਕੀ ਹੁੰਦੀ ਹੈ? ਉਹਦੀ ਜ਼ਿੰਦਗੀ ਦਾ ਧਰੂ ਤਾਰਾ ਹੁੰਦੀ ਹੈ ਤਰਕਸ਼ੀਲਤਾ ਉਹਦੀ ਜ਼ਿੰਦਗੀ ਦਾ, ਉਸ ਫਲਸਫੇ ਦਾ ਧਰੂ ਤਾਰਾ। ਪਰ ਨਿਰਾ ਹੀ ਵਿਸ਼ਵਾਸ, ਅੰਨਾ ਵਿਸ਼ਵਾਸ, ਜਿਹਨੂੰ ਅੰਧ ਵਿਸ਼ਵਾਸ ਕਹਿੰਦੇ ਆ, ਉਹ ਬੜਾ ਖਤਰਨਾਕ। ਇਹ ਦਿਮਾਗ ਨੂੰ ਬਣਾ ਧਰਦਾ ਮੂੜ ਤੇ ਬੰਦੇ ਨੂੰ ਬਣਾ ਦਿੰਦਾ ਪਿਛਾਂਹ ਖਿੱਚ। ਜਿਹੜਾ ਵੀ ਬੰਦਾ ਦਾਅਵੇ ਕਰਦਾ ਵੀ ਉਹ ਯਥਾਰਥਵਾਦੀ ਹੈ ਜੀ, ਲਾਜ਼ਮੀ ਤੌਰ ਤੇ ਉਹਨੂੰ ਆਲੋਚਨਾ ਕਰਨੀ ਪਏਗੀ। ਹਰ ਪੁਰਾਣੇ ਵਿਸ਼ਵਾਸ ਤੇ ਉਹਦੇ ਨਾਲ ਹਰ ਇੱਕ ਜੁੜੀ ਗੱਲ ਨੂੰ ਚੈਲੰਜ ਕਰਨਾ ਪਏਗਾ। ਪੁਰਾਣੇ ਵਿਸ਼ਵਾਸ ਨੂੰ ਚੈਲੰਜ ਕਰਨਾ ਪਏਗਾ। ਜੇ ਇਹ ਵਿਸ਼ਵਾਸ ਦਲੀਲ ਮੂਹਰੇ ਨਾ ਠਹਿਰ ਸਕੇ ਤਾਂ ਢਹਿ ਢੇਰੀ ਹੋ ਜਾਣਗੇ। ਫਿਰ ਉਸ ਬੰਦੇ ਦਾ ਪਹਿਲਾ ਕੰਮ ਭਲਾ ਕੀ ਹੋਊਗਾ? ਸੋਚੋ। ਉਹਦਾ ਪਹਿਲਾ ਕੰਮ ਹੋਏਗਾ ਕਿ ਸਾਰੇ ਪੁਰਾਤਨ ਵਿਸ਼ਵਾਸ ਨੂੰ ਤਬਾਹ ਕਰਕੇ ਨਵੇਂ ਫਲਸਫੇ ਖਾਤਰ ਜ਼ਮੀਨ ਤਿਆਰ ਕਰਨੀ। ਕਿਹਾ ਜਾ ਸਕਦਾ ਵੀ ਇਹ ਦੇਖੋ ਜੀ ਢਾਹੂ ਪੱਖ ਹੈ, ਪਰ ਉਸਾਰੂ ਕੰਮ ਵੀ ਤਾਂ ਇਦੋਂ ਬਾਅਦ ਹੀ ਸ਼ੁਰੂ ਹੁੰਦੇ ਆ ਨਾ, ਜਿਹਦੇ 'ਚ ਕਈ ਵਾਰ ਪੁਰਾਣੇ ਵਿਸ਼ਵਾਸ ਦੀ ਥੋੜੀ ਬਹੁਤੀ ਸਮੱਗਰੀ ਉਹਦੀ ਮੋੜੋ ਸਾਰੀ ਖਾਤਰ ਵਰਤੀ ਵੀ ਜਾ ਸਕਦੀ ਹੈ। ਦੇਖੋ, ਜਿੱਥੋਂ ਤੱਕ ਤਾਂ ਮੇਰਾ ਤਾਲੁਕ ਹੈ, ਮੈਂ ਇਹ ਮੰਨਦਾ ਵੀ ਮੈਂ ਇਹਦੇ ਸੰਬੰਧ ਦੇ ਵਿੱਚ ਬਹੁਤ ਡੂੰਘੀ, ਜਿੰਨੀ ਚਾਹੀਦੀ ਹੈ ਬਹੁਤ ਹੀ ਜ਼ਿਆਦਾ ਡੂੰਘੀ ਪੜ੍ਹਾਈ ਕਰ ਨਹੀਂ ਸਕਿਆ। ਮੇਰੀ ਬੜੀ ਰੀਝ ਸੀਗੀ ਕਿ ਏਸ਼ੀਆਈ ਫਲਸਫੇ ਨੂੰ ਡੂੰਘਾ ਪੜ੍ਹਾਂ, ਬਹੁਤ ਡੂੰਘਾ ਜਾ ਕੇ, ਪਰ ਕੀ ਕਰਦਾ, ਟਾਈਮ ਹੀ ਨਹੀਂ ਲੱਗਿਆ, ਜਾਂ ਕਹ ਲੋ ਮੌਕਾ ਹੀ ਨਹੀਂ ਮਿਲਿਆ। ਪਰ ਜਿੱਥੋਂ ਤੱਕ ਸੰਬੰਧ ਹੈਗਾ ਨਕਾਰਾਤਮਕ ਪੱਖ ਦਾ, ਮੈਨੂੰ ਇਹਦਾ ਯਕੀਨ ਇੰਨਾ ਕੁ ਜ਼ਰੂਰ ਹੈਗਾ ਬਈ ਮੈਂ ਪੁਰਾਣੇ ਵਿਸ਼ਵਾਸਾਂ ਦੀ ਪੁਖਤਗੀ ਤੇ ਕਿੰਤੂ ਕਰ ਸਕਦਾ। ਬਿਲਕੁਲ ਪੱਕਾ ਯਕੀਨ ਹੈ ਮੈਨੂੰ ਕਿ ਕੁਦਰਤ ਨੂੰ ਚਲਾਉਣ ਵਾਲਾ ਕੋਈ ਪਰਮਾਤਮਾ, ਕੋਈ ਸੁਚੇਤ ਸੱਤਾ ਹੈ ਨਹੀਂ। ਕੁਦਰਤ ਵਿੱਚ ਸਾਡਾ ਯਕੀਨ ਜ਼ਰੂਰ ਹੈਗਾ, ਔਰ ਸਮੁੱਚੀ ਤਰੱਕੀ ਦਾ ਨਿਸ਼ਾਨਾ ਹੈ ਮਨੁੱਖਤਾ ਦਾ ਕੁਦਰਤ ਉੱਤੇ ਆਪਣੀ ਸੇਵਾ ਖਾਤਰ ਗਲਬਾ। ਕੋਈ ਸੁਚੇਤ ਚਾਲਕ ਸ਼ਕਤੀ ਹੈ ਨਹੀਂ ਇਹਦੇ ਪਿੱਛੇ। ਆ ਹੈ ਸਾਡਾ ਫਲਸਫਾ। ਆਓ ਆਪਾਂ ਬਹਿਸ ਨੂੰ ਅੱਗੇ ਤੋਰਦੇ ਹਾਂ। ਅਸੀਂ ਕੁਝ ਸਵਾਲ ਪੁੱਛਦੇ ਹਾਂ ਆਸਥਾ ਦੇ। ਨੰਬਰ 1, ਤੁਸੀਂ ਇਹ ਮੰਨਦੇ ਹੋ, ਤੁਹਾਡਾ ਇਹ ਵਿਸ਼ਵਾਸ ਹੈ ਕਿ ਕੋਈ ਸਰਵ ਸ਼ਕਤੀਮਾਨ, ਸਰਵ ਵਿਆਪਕ ਤੇ ਸਰਵ ਗਿਆਤਾ ਰੱਬ ਹੈਗਾ। ਉਹਨੇ ਧਰਤੀ ਬਣਾਈ, ਉਹਨੇ ਦੁਨੀਆ ਸਾਜੀ। ਮਿਹਰਬਾਨੀ ਕਰਕੇ ਮੈਨੂੰ ਐਂ ਦੱਸੋ ਕਿ ਉਹਨੇ ਇਹ ਦੁਨੀਆ ਸਾਜੀ ਉਹ ਕਿਉਂ? ਉਹ ਧਰਤੀ ਜਿੱਥੇ ਦੁੱਖ ਨੇ, ਆਫਤਾਂ ਨੇ, ਅਣਗਿਣਤ ਤੇ ਅਨੰਤ ਦੁਖਾਂਤਾਂ ਨਾਲ ਭਰੀ ਪਈ ਹੈ। ਇਹ ਧਰਤੀ ਜਿੱਥੇ ਇੱਕ ਵੀ ਜੀ ਸੁਖੀ ਨਹੀਂ ਹੈ ਪੂਰੀ ਤਰ੍ਹਾਂ। ਇਹ ਧਰਤੀ ਬਣਾਈਓ ਕਿਉਂ? ਮਿਹਰਬਾਨੀ ਕਰਕੇ ਹੁਣ ਇਹ ਨਾ ਕਿਹੋ ਵੀ ਇਹ ਤਾਂ ਜੀ ਉਹਦਾ ਨੇਮ ਹੈ। ਜੇ ਉਹ ਕਿਸੇ ਵੀ ਨੇਮ ਜਾਂ ਨਿਯਮ ਦੇ ਅਧੀਨ ਹੈ ਆਪ, ਤਾਂ ਸਰਵ ਸ਼ਕਤੀਮਾਨ ਕਿਵੇਂ ਹੋਇਆ? ਫਿਰ ਤਾਂ ਉਹ ਵੀ ਗੁਲਾਮ ਹੈ, ਉਹ ਵੀ ਗੁਲਾਮ ਆ ਵਿਚਾਰਾ, ਸਾਡੇ ਵਰਗਾ ਹੀ। ਮਿਹਰਬਾਨੀ ਕਰਕੇ ਇਹ ਨਾ ਕਿਹੋ ਕਿ ਉਹ ਤਾਂ ਸ਼ੁਗਲ ਹੈ ਜੀ। ਨੀਰੋ ਨੇ ਇੱਕ ਰੋਮ ਸੁਆਹ ਕੀਤਾ ਸੀ ਸਾੜ ਕੇ, ਉਹਨੇ ਤਾਂ ਗਿਣਤੀ ਦੇ ਬੰਦੇ ਮਾਰੇ ਸੀ ਜਾਨੋਂ, ਬਹੁਤ ਹੀ ਘੱਟ ਦੁਖਾਂਤ ਵਾਪਰੇ ਸੀ ਉਹਦੇ ਹੱਥੋਂ। ਇਹ ਸਭ ਉਹਨੇ ਵੀ ਆਪਣੇ ਸ਼ੁਗਲ ਲਈ ਕੀਤਾ ਸੀਗਾ। ਤਾਂ ਫਿਰ ਉਹ ਕਿਹੜੀ ਥਾਂ ਹਾਸਲ ਆ ਉਹਨੂੰ ਇਤਿਹਾਸ ਦੇ ਵਿੱਚ? ਕੀ ਕਿਹਾ ਜਾਂਦਾ ਨੀਰੋ ਬਾਰੇ? ਇਤਿਹਾਸਕਾਰ ਨੇ ਜਿਹੜੇ
ਉਹ ਕਿਹੜੇ ਨਾਮਾਂ ਨਾਲ ਯਾਦ ਕਰਦੇ ਨੇ, ਉਹਦਾ ਜ਼ਿਕਰ ਕਰਦੇ ਨੇ। ਸਾਰੇ ਵਿਓਲੇ ਜ਼ਹਿਰੀਲੇ ਵਿਸ਼ੇਸ਼ਣ ਵਰਤੇ ਜਾਂਦੇ ਆ ਨੀਰੋ ਖਾਤਰ। ਲਾਹਣਤਾਂ ਨਾਲ ਸਫਿਆਂ ਦੇ ਸਫੇ ਕਾਲੇ ਕੀਤੇ ਪਏ ਐ ਜ਼ਾਲਮ ਬੇਰਹਿਮ ਸ਼ੈਤਾਨ ਨੀਰੋ ਦੀ ਨਿਖੇਧੀ ਕਰਨ ਵਾਸਤੇ। ਤੇ ਦੂਜਾ ਉਹ ਸੀ ਚੰਗੇਜ਼ ਖਾਨ। ਉਹਨੇ ਮਜ਼ਾ ਲੈਣ ਦੀ ਖਾਤਰ ਕੁਛ ਹਜ਼ਾਰਾਂ ਬੰਦਿਆਂ ਦੀ ਬਲੀ ਲਈ ਸੀ, ਜਾਨ ਲਈ ਸੀ। ਤੇ ਅੱਜ ਵੀ ਇੰਨਾ ਸਮਾਂ ਬਾਅਦ ਵੀ ਅਸੀਂ ਉਹਨੂੰ ਨਫ਼ਰਤ ਕਰਦੇ ਆਂ, ਉਹਦੇ ਨਾਂ ਤੱਕ ਨੂੰ ਨਫ਼ਰਤ ਕਰਦੇ ਆਂ। ਤਾਂ ਫਿਰ ਤੁਸੀਂ ਕਿਵੇਂ ਜਾਇਜ਼ ਠਹਿਰਾਓਗੇ ਜੀ? ਕਿਵੇਂ ਜਾਇਜ਼ ਠਹਿਰਾਓਗੇ ਆਪਣੇ ਸਰਬ ਸ਼ਕਤੀਮਾਨ ਅਨੰਤ ਨੀਰੋ ਨੂੰ, ਜਿਹੜਾ ਅਜੇ ਵੀ ਹਰ ਦਿਨ ਹਰ ਘੜੀ ਤੇ ਹਰ ਪਲ ਅਣਗਿਣਤ ਕਤਲ ਕਰੀ ਜਾ ਰਿਹਾ, ਕਰਿਓ ਜਾ ਰਿਹਾ। ਤੁਸੀਂ ਕਿਵੇਂ ਕਰੋਗੇ ਉਹਦੀਆਂ ਇਹਨਾਂ ਕਰਤੂਤਾਂ ਦੀ ਹਮਾਇਤ, ਜਿਹੜਾ ਪਲੋ ਪਲੀ ਮਾਤ ਪਾਈ ਜਾਂਦਾ ਚੰਗੇਜ਼ ਦੀਆਂ ਕਰਤੂਤਾਂ ਨੂੰ? ਮੈਂ ਪੁੱਛਦਾ ਵੀ ਦੱਸੋ ਉਹਨੇ ਯਾਰ ਦੁਨੀਆ ਬਣਾਈਓ ਕਿਉਂ? ਇਹ ਦੁਨੀਆ ਜਿਹੜੀ ਨਰਕ ਹੈ, ਸੱਚੀ ਮੁੱਚੀ ਦਾ ਨਰਕ, ਅਨੰਤ ਤੇ ਤਲਖ ਬੇਚੈਨੀ ਦਾ ਘਰ ਹੈ ਇਹ ਦੁਨੀਆ। ਸਰਬ ਸ਼ਕਤੀਮਾਨ ਨੇ ਮਨੁੱਖ ਸਾਜਿਆ ਕਾਹਦੇ ਖਾਤਰ? ਜਦ ਕਿ ਉਹਦੇ ਕੋਲ ਮਨੁੱਖ ਨਾ ਸਾਜਣ ਦੀ ਤਾਕਤ ਵੀ ਤਾਂ ਹੈਗੀ ਸੀ। ਕੀ ਜਵਾਬ ਹੈ ਜੀ ਤੁਹਾਡੇ ਕੋਲੇ ਨਾ? ਤੁਸੀਂ ਕਹਿ ਸਕਦੇ ਹੋ ਜੀ ਗਾਹਾਂ ਦੇ ਜਨਮ 'ਚ ਮਾਸੂਮਾਂ ਨੂੰ, ਪੀੜਤਾਂ ਨੂੰ ਨਵਾਜਣ ਖਾਤਰ ਔਰ ਮਾੜੇ ਕੰਮ ਕਰਨ ਵਾਲਿਆਂ ਨੂੰ ਸਜ਼ਾ ਦੇਣ ਖਾਤਰ ਉਹਨੇ ਐਂ ਕੀਤਾ ਜੀ। ਅੱਛਾ, ਤਾਂ ਫਿਰ ਤੁਸੀਂ ਕਿਵੇਂ ਜਾਇਜ਼ ਠਹਿਰਾਓਗੇ ਉਸ ਬੰਦੇ ਨੂੰ ਜਿਹੜਾ ਤੁਹਾਡੇ ਸਰੀਰ ਨੂੰ ਜ਼ਖਮੀ ਕਰਦਾ ਹੈ? ਜ਼ਖਮੀ ਕਾਹਦੇ ਲਈ ਕਰਦਾ ਹੈ? ਇਸ ਵਾਸਤੇ ਵੀ ਮਗਰੋਂ ਬਹੁਤ ਪਿਆਰ ਨਾਲ ਉਹਦੇ ਤੇ ਟਕੋਰਾਂ ਕਰਿਆ ਕਰੋ। ਗਲੈਡੀਏਟਰ ਸੰਸਥਾ ਨਾ, ਉਹਦੇ ਹਮਾਇਤੀਆਂ ਤੇ ਪ੍ਰਬੰਧਕਾਂ ਦਾ ਇਹ ਕਾਰਾ ਕਿੱਥੋਂ ਤੱਕ ਸਹੀ ਹੁੰਦਾ ਸੀ ਜੀ ਕਿ ਉਹ ਕਰਦੇ ਸੀਗੇ ਇਹ ਬਈ ਭੁੱਖੇ ਸ਼ੇਰਾਂ ਮੂਹਰੇ ਬੰਦਿਆਂ ਨੂੰ ਇਸ ਕਰਕੇ ਸਿੱਟ ਦਿੰਦੇ ਸੀ ਵੀ ਚਲੋ ਜੇ ਤਾਂ ਬਚ ਗਿਆ ਤਾਂ ਉਹਦੀ ਬਹੁਤ ਖਾਤਰ ਤਵੱਜੋ ਹੋਊਗੀ, ਜੇ ਨਾ ਬਚਿਆ ਚਲੋ। ਇਸੇ ਲਈ ਤਾਂ ਮੈਂ ਪੁੱਛਦਾ ਨਾ ਵੀ ਤੁਹਾਡੀ ਸਰਵਉੱਚ ਸੱਤਾ ਨੇ ਇਹ ਦੁਨੀਆ, ਇਹ ਮਨੁੱਖ ਸਾਜੇ ਹੀ ਕਿਉਂ? ਮਜ਼ਾ ਲੈਣ ਖਾਤਰ, ਸ਼ੁਗਲ ਖਾਤਰ? ਫਿਰ ਕੀ ਫਰਕ ਹੈ ਉਹਦੇ ਯਾਰ ਨੀਰੋ 'ਚ? ਚੁੱਪ ਸੋਚ ਲਓ, ਫਿਰ ਜਵਾਬ ਦੇ ਦਿਓ। ਇੰਨੇ ਚਿਰ 'ਚ ਮੈਂ ਇੱਧਰ ਗੱਲ ਕਰਦਾ ਹਾਂ, ਪਿਆਰੇ ਮੁਸਲਮਾਨੋ ਤੇ ਪਿਆਰੇ ਈਸਾਈਓ। ਹਿੰਦੂ ਦਰਸ਼ਨ ਵਾਲਿਆਂ ਦੇ ਕੋਲ ਤਾਂ ਚਲੋ ਹੋਰ ਦਲੀਲ ਵੀ ਹੋਊਗੀ। ਮੈਂ ਤੁਹਾਤੋਂ ਪੁੱਛਦਾ ਉੱਪਰਲੇ ਸਵਾਲਾਂ ਦੇ ਜਵਾਬ। ਦੇਖੋ, ਪਿਛਲੇ ਜਨਮ 'ਚ ਤੁਹਾਡਾ ਤਾਂ ਯਕੀਨ ਕੋਈ ਹੈ ਨਹੀਂ। ਤੁਸੀਂ ਤਾਂ ਹਿੰਦੂਆਂ ਵਾਂਗੂ ਮਾਸੂਮ ਪੀੜਤਾਂ ਦੇ ਪਿਛਲੇ ਜਨਮ 'ਚ ਕੀਤੇ ਮਾੜੇ ਕਰਮਾਂ ਦੀ ਦਲੀਲ ਵੀ ਨਹੀਂ ਨਾ ਵਰਤ ਸਕਦੇ। ਮੈਂ ਪੁੱਛਦਾ ਤੁਹਾਤੋਂ ਕਿ ਦੱਸੋ ਭਾਈ, ਉਹਨੇ ਐਂ ਕਿਉਂ ਕਹਿ ਦਿੱਤਾ ਕਿ ਜੀ ਸਭ ਅੱਛਾ ਹੈ? ਸੱਦੋ ਉਹਨੂੰ, ਅੱਜ ਹੀ ਸੱਦੋ, ਦਿਖਾਓ ਉਹਨੂੰ ਪਿਛਲਾ ਇਤਿਹਾਸ, ਜਾਣਨ ਦਿਓ ਉਹਨੂੰ ਮੌਜੂਦਾ ਹਾਲਾਤਾਂ ਦੇ ਬਾਰੇ 'ਚ। ਫਿਰ ਦੇਖਾਂਗੇ ਕਿ ਉਹ ਇਹ ਕਹਿਣ ਦੀ ਜੁਰਤ ਕਿਵੇਂ ਕਰਦਾ ਜੀ ਕਿ ਸਭ ਅੱਛਾ ਹੈ। ਦੇਖ ਕੇ ਜੇਲ੍ਹ ਖਾਨਿਆਂ ਦੀਆਂ ਕਾਲ ਕੋਠੜੀਆਂ ਤੋਂ ਗੰਦੀਆਂ ਬਸਤੀਆਂ ਤੇ ਝੌਂਪੜੀਆਂ 'ਚ ਭੁੱਖਮਰੀ ਦੇ ਹੱਥੋਂ ਮਰ ਰਹੇ ਲੱਖਾਂ ਹੀ ਲੋਕਾਂ ਦੇ ਕੋਲੋਂ ਚੁੱਪਚਾਪ ਜਾਂ ਕਹਿ ਲਓ ਬੇਵਾਸਤਗੀ ਨਾਲ ਆਪਣਾ ਖੂਨ ਪਿਲਾ ਰਹੇ ਮਜ਼ਦੂਰਾਂ ਨੂੰ, ਇਨਸਾਨੀ ਤਾਕਤ ਦੀ ਤਬਾਹੀ ਤੇ ਬਰਬਾਦੀ, ਜਿਹਨੂੰ ਦੇਖ ਕੇ ਸਿਰੇ ਦੀ ਸਧਾਰਨ ਅਕਲ ਵਾਲਾ ਬੰਦਾ ਵੀ ਡਰ ਨਾਲ ਕੰਬਣ ਲੱਗ ਜਾਂਦਾ ਹੈ। ਔਰ ਪੈਦਾ ਹੋਈ ਵਸਤੂ ਜਾਂ ਪੈਦਾਵਾਰ ਲੋੜਵੰਦਾਂ 'ਚ ਵੰਡਣ ਦੀ ਬਜਾਏ ਵਾਧੂ ਪੈਦਾਵਾਰ ਸੁੱਟੀ ਜਾਵੇ ਸਮੁੰਦਰ 'ਚ। ਇਨਸਾਨਾਂ ਦੀਆਂ ਹੱਡੀਆਂ ਨਾਲ ਚਿਣੀਆਂ ਨੀਹਾਂ ਤੇ ਉਸਾਰੇ ਜਾਣ ਬਾਦਸ਼ਾਹਾਂ ਦੇ ਮਹਿਲ। ਉਹ ਭੋਰਾ ਕਹੇ ਤਾਂ ਸਹੀ ਕਿ ਸਭ ਅੱਛਾ ਹੈ। ਕਿਉਂ ਅੱਛਾ ਹੈ? ਕਿਸ ਕਾਰਨ ਕਰਕੇ ਅੱਛਾ ਹੈ? ਇਹ ਸਵਾਲ ਹੈ ਮੇਰਾ ਤੁਹਾਨੂੰ। ਤੁਸੀਂ ਚੁੱਪ ਹੋ? ਠੀਕ, ਮਰਜ਼ੀ ਹੈ। ਚਲੋ ਮੈਂ ਅੱਗੇ ਤੋਰਦਾ ਹਾਂ ਆਪਣੀ ਗੱਲ।
ਹਾਂਜੀ ਸ਼੍ਰੀਮਾਨ ਜੀ, ਤੁਸੀਂ ਹਿੰਦੂ ਇਹੀ ਕਹਿੰਦੇ ਹੋ ਨਾ ਵੀ ਜਿਹੜਾ ਵੀ ਕੋਈ ਅੱਜ ਦੁੱਖ ਤਕਲੀਫਾਂ ਚੱਲ ਰਿਹਾ ਹੈ ਉਹ ਉਹਦੇ ਪਿਛਲੇ ਜਨਮ ਜਾਂ ਮਾੜੇ ਕਰਮਾਂ ਦਾ ਫਲ ਹੈ, ਠੀਕ? ਤੁਸੀਂ ਇਹ ਵੀ ਕਹਿੰਦੇ ਹੋ ਕਿ ਜਿਹੜੇ ਅੱਜ ਲੋਕਾਂ ਨੂੰ ਦਬਾ ਰਹੇ ਆ ਉਹ ਲੋਕ ਸੀਗੇ ਪਿਛਲੇ ਜਨਮ ਦੇ ਵਿੱਚ ਧਰਮਾਤਮਾ, ਤਾਂ ਹੀ ਤਾਂ ਤਾਕਤ ਆ ਉਹਨਾਂ ਦੇ ਹੱਥਾਂ ਦੇ ਵਿੱਚ। ਮੈਂ ਤਾਂ ਮੰਨਦਾ, ਇਹ ਗੱਲ ਮੰਨਦਾ ਕਿ ਤੁਹਾਡੇ ਵਡਾਰੂ ਬੜੇ ਸ਼ਾਤਰ ਲੋਕ ਸੀ, ਲੱਗੇ ਹੀ ਰਹੇ ਉਹ ਜਿਹਾ ਸਿਧਾਂਤ ਲੱਭਣ ਦੇ ਵਿੱਚ ਜਿਸ ਨਾਲ ਤਰਕ ਨੂੰ, ਅਵਿਸ਼ਵਾਸ ਨੂੰ ਖਤਮ ਕੀਤਾ ਜਾ ਸਕੇ। ਪਰ ਇਸ ਦਲੀਲ ਦੇ ਵਿੱਚ ਵਜਨ ਕਿੰਨਾ ਕੁ ਆ ਤੁਹਾਡੀ 'ਚ? ਆਜੋ ਦੇਖ ਲੈਂਦੇ ਹਾਂ। ਬਹੁਤ ਮਸ਼ਹੂਰ ਨਿਆਂ ਸ਼ਾਸਤਰੀਆਂ ਦਾ ਖਿਆਲ ਹੈ ਬਈ ਕਸੂਰਵਾਰ ਨੂੰ ਜਿਹੜੀ ਸਜ਼ਾ ਦਿੱਤੀ ਜਾਂਦੀ ਹੈ ਉਹ ਉਹਦੇ 3 ਜਾਂ 4 ਮਕਸਦ ਹੋ ਸਕਦੇ ਤੇ ਇਸੇ ਆਧਾਰ ਤੇ ਹੀ ਸਜ਼ਾ ਵਾਜਬ ਕਰਾਰ ਦਿੱਤੀ ਜਾ ਸਕਦੀ ਹੈ। ਇਹ ਮਕਸਦ ਕੀ ਨੇ? ਮਕਸਦ ਹੈਗੇ ਆ ਨੰਬਰ 1 ਬਦਲਾ, ਸੁਧਾਰ ਜਾਂ ਵਰਜਣ ਖਾਤਰ ਜਾਂ ਡਰ। ਹੁਣ ਸਾਰੇ ਹੀ ਵਿਦਵਾਨ ਬਦਲੇ ਦੇ ਸਿਧਾਂਤ ਦੀ ਤਾਂ ਨਿਖੇਧੀ ਕਰ ਰਹੇ, ਵਰਜਨ ਵਾਲੇ ਸਿਧਾਂਤ ਦੀ ਵੀ ਨੁਕਤਾਚੀਨੀ ਹੋ ਰਹੀ ਹੈ, ਸੁਧਾਰਕ ਸਿਧਾਂਤ ਹੀ ਜ਼ਰੂਰੀ ਹੈ। ਔਰ ਅਤੁੱਟ ਟਾਂਗਾ ਇਨਸਾਨੀ ਤਰੱਕੀ ਦਾ ਹੈ। ਇਹ ਸਿਧਾਂਤ ਦਾ ਮਕਸਦ ਕੀ ਹੈ? ਮਕਸਦ ਇਹ ਹੈ ਕਿ ਜਿਹੜਾ ਬੰਦਾ ਕਸੂਰਵਾਰ ਹੈ ਉਹ ਜਦੋਂ ਸਮਾਜ ਦੇ ਵਿੱਚ ਵਾਪਸ ਜਾਵੇ ਤਾਂ ਸਭ ਤੋਂ ਵੱਧ ਕਾਬਲ ਤੇ ਅਮਨ ਪਸੰਦ ਸ਼ਹਿਰੀ ਬਣ ਕੇ ਹੀ ਵਾਪਸ ਜਾਵੇ। ਮੰਨ ਲੈਂਦੇ ਆ ਕਿ ਭਾਈ ਉਹਨੇ ਪਾਪ ਕੀਤੇ ਹੋਣੇ ਆ ਬੰਦਿਆਂ ਦੇ ਪਿਛਲੇ ਜਨਮ 'ਚ, ਤਾਂ ਰੱਬ ਜਿਹੜੀ ਸਜ਼ਾ ਦਿੰਦਾ ਉਹਨਾਂ ਨੂੰ ਉਹ ਹੈ ਕਿਹੋ ਜੀ? ਤੁਸੀਂ ਕਹਿੰਦੇ ਹੋ ਜੀ ਉਹਨਾਂ ਨੂੰ ਗਾਂ, ਬਿੱਲੀ, ਦਰਖਤ, ਜੜੀ ਬੂਟੀ ਜਾਂ ਫਿਰ ਜਾਨਵਰ ਦੇ ਰੂਪ ਜਨਮ ਲੈਣ ਖਾਤਰ ਭੇਜਦਾ। ਦੇਖੋ ਤੁਹਾਡੇ ਮੁਤਾਬਕ ਇਹਨਾਂ ਸਜ਼ਾਵਾਂ ਜਾਂ ਜੂਨੀਆਂ ਦੀ ਗਿਣਤੀ ਹੈਗੀ ਆ ਕੋਈ 84 ਲੱਖ। ਮੈਨੂੰ ਦੱਸੋ ਇਹਦਾ ਬੰਦੇ ਤੇ ਕੋਈ ਸੁਧਾਰਕ ਅਸਰ ਪੈਂਦਾ ਵੀ ਹੈ ਕਿ ਨਹੀਂ? ਤੁਸੀਂ ਇਹੋ ਜਿਹੇ ਕਿੰਨੇ ਕੁ ਜਣਿਆਂ ਨੂੰ, ਕਿੰਨੇ ਕੁ ਬੰਦਿਆਂ ਨੂੰ ਮਿਲੇ ਹੋ ਜਿਹੜੇ ਪਾਪ ਕਰਨ ਕਰਕੇ ਪਿਛਲੇ ਜਨਮ ਦੇ ਵਿੱਚ ਗਧੇ ਦੀ ਜੂਨ 'ਚ ਪਏ ਹੋਏ ਸੀਗੇ? ਮਿਲਿਆ ਕੋਈ? ਨਹੀਂ ਮਿਲਿਆ ਹੋਣਾ ਨਾ। ਦੇਖੋ ਪੁਰਾਣੇ ਵਰਤਾਤ ਛੇੜਨ ਦੀ ਜ਼ਰੂਰਤ ਨਹੀਂ ਹੈ। ਮੈਂ ਤੁਹਾਡੀਆਂ ਘੜੀਆਂ ਕੜਾਈਆਂ ਮਿਥਿਹਾਸਕ ਕਹਾਣੀਆਂ ਦਾ ਜ਼ਿਕਰ ਵੀ ਨਹੀਂ ਛੂਹਣਾ ਚਾਹੁੰਦਾ। ਇਸ ਤੋਂ ਬਿਨਾਂ ਤੁਹਾਡੀ ਇਸ ਗੱਲ ਦਾ ਮੈਨੂੰ ਪਤਾ ਹੈਗਾ ਕਿ ਦੁਨੀਆ 'ਚ ਸਭ ਤੋਂ ਵੱਡਾ ਪਾਪ ਗਰੀਬ ਹੋਣਾ ਹੈ। ਪਾਪ ਹੈ ਗਰੀਬੀ, ਸਜ਼ਾ ਇਹ। ਭਲਾ ਤੁਸੀਂ ਕਿੰਨੀਆਂ ਸਿਫਤਾਂ ਕਰੋਗੇ ਇਹੋ ਜਿਹੇ ਅਪਰਾਧ ਵਿਗਿਆਨੀ ਦੀਆਂ ਜਿਹੜਾ ਇਹੋ ਜਿਹੀਆਂ ਸਜ਼ਾਵਾਂ ਘੜੇ ਜਿਹਦੇ ਨਾਲ ਮਨੁੱਖ ਮਜਬੂਰ ਹੋਵੇ ਹੋਰ ਗੁਨਾਹ ਕਰਨ ਖਾਤਰ? ਦੱਸੋ ਤੁਹਾਡੇ ਰੱਬ ਨੇ ਪਹਿਲਾਂ ਨਹੀਂ ਸੀ ਸੋਚਿਆ ਇਸ ਗੱਲ ਬਾਰੇ? ਜਾਂ ਫਿਰ ਉਹ ਵੀ ਇਹਨਾਂ ਗੱਲਾਂ ਨੂੰ ਮਨੁੱਖਤਾ ਦੀਆਂ ਅਕੈਦ ਦੁੱਖ ਤਕਲੀਫਾਂ ਦੀ ਕੀਮਤ ਤੇ ਤਜਰਬਿਆਂ ਦੇ ਰਾਹੀਂ ਸਿੱਖਦਾ? ਤੁਹਾਡੀ ਚਾਚੇ ਕੀ ਹੋਣੀ ਹੋ ਸਕਦੀ ਆ ਭਲਾ ਕਿਸੇ ਚਮਾਰ ਜਾਂ ਭੰਗੀ ਦੇ ਅਨਪੜ੍ਹ ਟੱਬਰ 'ਚ ਜੰਮੇ ਬੰਦੇ ਦੀ? ਉਹ ਗਰੀਬ ਹੈ, ਇਸ ਕਰਕੇ ਪੜ੍ਹਾਈ ਨਹੀਂ ਕਰ ਸਕਦਾ। ਆਪਣੇ ਆਪ ਨੂੰ ਉੱਤਮ ਸਮਝਣ ਵਾਲੇ ਦੂਏ ਇਨਸਾਨ ਹੀ ਨਫ਼ਰਤ ਕਰਦੇ ਆ ਉਹਨੂੰ, ਕਿਉਂਕਿ ਪੈਦਾ ਹੋਇਆ ਉੱਚੀ ਜਾਤ 'ਚ। ਉਹਦੀ ਅਗਿਆਨਤਾ, ਉਹਦੀ ਗਰੀਬੀ ਤੇ ਜਿਹੜਾ ਸਲੂਕ ਹੋ ਰਿਹਾ ਹੈ ਨਾ ਉਹਦੇ ਨਾਲ, ਇਹਨਾਂ ਸਾਰੀਆਂ ਹੀ ਗੱਲਾਂ ਕਰਕੇ ਉਹ ਸਮਾਜ ਵੱਲ ਸਖਤ ਹੋ ਜੂ। ਫਰਜ਼ ਕਰੋ ਕੋਈ ਪਾਪ ਕਰਦਾ ਤਾਂ ਕੌਣ ਭੁਗਤੂ ਇਹਦਾ ਖਿਮਿਆਜਾ? ਰੱਬ ਭੁਗਤੂ ਜਾਂ ਪਾਪ ਕਰਨ ਵਾਲਾ ਭੁਗਤੂਗਾ? ਜਾਂ ਫਿਰ ਉਹ ਗੁਣੀ ਗਿਆਨੀ ਬੰਦੇ ਜਿਹੜੇ ਸਮਾਜ ਦੇ, ਕੌਣ ਭੁਗਤੂ? ਤੁਸੀਂ ਕੀ ਕਹੋਗੇ ਉਹਨਾਂ ਲੋਕਾਂ ਨੂੰ ਮਿਲੀਆਂ ਸਜ਼ਾਵਾਂ ਬਾਰੇ ਜਿਨ੍ਹਾਂ ਨੂੰ ਹਿਰਸੀ ਅਰ ਹੰਕਾਰੀ ਬ੍ਰਾਹਮਣਾਂ ਨੇ ਅਗਿਆਨਤਾ ਦੀਆਂ ਰਾਹਾਂ 'ਚ ਸੁੱਟਿਆ ਸੀ ਜਾਣ ਬੁੱਝ ਕੇ? ਆਹੀ ਕਸੂਰ ਉਹਨਾਂ ਦਾ ਵੀ ਉਹਨਾਂ ਨੇ, ਪਾਪੀਆਂ ਨੇ ਤੁਹਾਡੇ ਗਿਆਨ ਦੀਆਂ ਪਵਿੱਤਰ ਪੋਥੀਆਂ, ਵੇਦਾਂ ਦੀਆਂ ਕੁਝ ਸਤਰਾਂ ਆਪਣੇ ਕੰਨਾਂ ਨਾਲ ਸੁਣ ਲਈਆਂ ਸੀ ਤੇ ਤੁਸੀਂ ਪਾ ਦਿੱਤਾ ਉਹਨਾਂ ਦੇ ਕੰਨਾਂ ਦੇ ਵਿੱਚ ਸਿੱਕਾ। ਚਲ ਜੇ ਉਹਨਾਂ ਨੇ ਕੋਈ ਕਸੂਰ ਕੀਤਾ ਵੀ ਤਾਂ ਕੌਣ ਜ਼ਿੰਮੇਵਾਰ ਸੀ? ਬਿਪਤਾ ਪੈਣੀ ਕਿਹਦੇ ਸਿਰ ਚਾਹੀਦੀ ਸੀ? ਮੇਰੇ ਪਿਆਰੇ ਦੋਸਤੋ, ਖਾਸ ਅਧਿਕਾਰਾਂ ਦੇ ਮਾਲਕਾਂ ਦੀਆਂ ਕੱਢ ਆਈਆਂ ਇਹ ਸਾਰੇ ਸਿਧਾਂਤ।
ਇਹਨਾਂ ਸਿਧਾਂਤਾਂ ਦੇ ਸਿਰ ਤੇ ਹੀ ਉਹ ਇਹਨੂੰ ਵਾਜਬ ਠਹਿਰਾਉਂਦੇ ਆ। ਉਹ ਵਾਜਬ ਠਹਿਰਾਉਂਦੇ ਕਿਹਨੂੰ ਹੈ? ਆਪਣੀ ਲੁੱਟੀ ਹੋਈ ਤਾਕਤ ਨੂੰ, ਦੌਲਤ ਤੇ ਉੱਤਮਤਾ। ਹਾਂ, ਸ਼ਾਇਦ ਅਪਟਨ ਸਿਨਕਲੇਅਰ ਨੇ ਕਿਸੇ ਥਾਂ ਲਿਖਿਆ ਹੈ ਕਿ ਬੰਦੇ ਨੂੰ ਅਮਰਤਾ 'ਚ ਯਕੀਨ, ਜਾਣੀ ਆਤਮਾ ਦੀ ਅਮਰਤਾ 'ਚ ਯਕੀਨ ਕਰਨ ਲਾ ਦੋ, ਫਿਰ ਭਾਵੇਂ ਜਿਹੜਾ ਕੁਛ ਹੈ ਉਹਦੇ ਕੋਲ ਲੁੱਟ ਲਓ ਸਾਰਾ ਕੁਛ। ਉਹ ਤਾਂ ਸਗੋਂ ਹੱਸ ਕੇ ਤੁਹਾਡੀ ਲੁੱਟਣ ਵਾਲਿਆਂ ਦੀ ਮਦਦ ਕਰੂਗਾ। ਧਾਰਮਿਕ ਉਪਦੇਸ਼ਕਾਂ ਤੇ ਹਾਕਮਾਂ ਨੇ ਮਿਲੀ ਭੁਗਤ ਕਰਕੇ ਜੇਲ੍ਹਾਂ, ਫਾਹੀਆਂ, ਕੋਰੜੇ ਤੇ ਇਹਨਾਂ ਸਿਧਾਂਤਾਂ ਦੀ ਕੱਢੀ ਸੀ ਕਾਢ, ਤਾਂ ਕਿ ਲੁੱਟ ਬਰਕਰਾਰ ਰਹੇ। ਚਲੋ ਮੈਨੂੰ ਆਈ ਦੱਸ ਦੋ ਵੀ ਤੁਹਾਡਾ ਸਰਬ ਸ਼ਕਤੀਮਾਨ ਰੱਬ ਕਾਤੇ ਨਹੀਂ ਵਰਜਦਾ, ਰੋਕਦਾ ਕਾਤੇ ਨਹੀਂ ਬੰਦੇ ਨੂੰ ਕਸੂਰ ਕਰਨ ਤੋਂ? ਉਹਦੇ ਲਈ ਤਾਂ ਇਹ ਕੰਮ ਬੜਾ ਹੀ ਸੌਖਾ। ਉਹਨੇ ਜੰਗਬਾਜ਼ਾਂ ਨੂੰ ਮਾਰਿਆ ਕਾਤੇ ਨਾ? ਜਾਂ ਚਲੋ ਉਹਨਾਂ ਦੇ ਜੰਗੀ ਪਾਗਲਪਣ ਨੂੰ ਮਾਰ ਕੇ ਵੱਡੀ ਜੰਗ ਨਾਲ ਮਨੁੱਖਤਾ ਤੇ ਆਈ ਜਿਹੜੀ ਪਰਲੋਂ ਸੀਗੀ ਉਹਨੂੰ ਬਚਾਇਆ ਕਾਤੇ ਨਾ? ਹੋਰ ਛੱਡੋ, ਉਹ ਅੰਗਰੇਜ਼ ਲੋਕਾਂ ਦੇ ਮਨਾਂ 'ਚ ਇਹੋ ਜਿਹਾ ਜਜ਼ਬਾ ਕਾਤੇ ਨਹੀਂ ਭਰ ਦਿੰਦਾ ਕਿ ਉਹ ਚਲੇ ਜਾਣ ਹਿੰਦੁਸਤਾਨ ਛੱਡ ਕੇ? ਉਹ ਕਾਤੇ ਨਹੀਂ ਭਰ ਦਿੰਦਾ ਸਰਮਾਏਦਾਰ ਦੇ ਦਿਲਾਂ 'ਚ ਇਹੋ ਜਿਹਾ ਜਜ਼ਬਾ ਕਿ ਉਹ ਛੱਡ ਦੇਣ ਪੈਦਾਵਾਰੀ ਸਾਧਨਾਂ ਦੀ ਸਾਰੀ ਜਾਇਦਾਦ? ਸਿਰਫ ਸਾਰੇ ਮਿਹਨਤਕਸ਼ ਲੋਕਾਂ ਨੂੰ ਨਹੀਂ, ਸਗੋਂ ਸਾਰੇ ਹੀ ਮਨੁੱਖੀ ਸਮਾਜ ਨੂੰ ਪੂੰਜੀਵਾਦ ਦੇ ਬੰਧਨ ਤੋਂ ਛੁਟਕਾਰਾ ਮਿਲ ਜੂਗਾ। ਤੁਸੀਂ ਕਰਨਾ ਚਾਹੋਗੇ ਬਹਿਸ ਵੀ ਸਮਾਜਵਾਦੀ ਸਿਧਾਂਤ ਲਾਗੂ ਹੋ ਸਕਦਾ ਹੈ ਜਾਂ ਨਹੀਂ ਹੋ ਸਕਦਾ? ਚਲੋ ਮੈਂ ਇਹਦਾ ਜਿੰਮਾ ਵੀ ਤੁਹਾਡੇ ਉਹ ਪਰਵਰਦਗਾਰ ਦੇ ਉੱਤੇ ਸਿੱਟਦਾ। ਜਿੱਥੋਂ ਤੱਕ ਸੰਬੰਧ ਹੈ ਆਮ ਲੋਕ ਭਲਾਈ ਦਾ, ਲੋਕਾਂ ਨੂੰ ਪਤਾ ਹੈ ਕਿ ਸਮਾਜਵਾਦ ਦੇ ਕੀ ਕੀ ਗੁਣ ਨੇ, ਪਰ ਉਹ ਇਹਦਾ ਵਿਰੋਧ ਸਿਰਫ ਇਸੇ ਨੁਕਤੇ ਤੇ ਆ ਕੇ ਕਰਦੇ ਆ ਕਿ ਜੀ ਇਹ ਲਾਗੂ ਨਹੀਂ ਹੋ ਸਕਦਾ। ਚਲੋ ਆਵੇ ਤੁਹਾਡਾ ਰੱਬ ਤੇ ਸਾਰਾ ਕੁਝ ਬਾਕਾਇਦਾ ਤਰੀਕੇ ਨਾਲ ਕਰ ਦੇਵੇ, ਠੀਕ। ਹੁਣ ਤੁਸੀਂ ਕਹਾਂ ਦਲੀਲ ਚੋਂ ਦਲੀਲ ਕੱਢਣ ਦੀ ਕੋਸ਼ਿਸ਼ ਨਾ ਕਰੋ। ਮੈਂ ਤੁਹਾਨੂੰ ਦੱਸਦਾ ਕਿ ਹਿੰਦੁਸਤਾਨ ਦੇ ਉੱਤੇ ਜਿਹੜੀ ਬਰਤਾਨੀਆ ਦੀ ਹਕੂਮਤ ਹੈ ਉਹ ਇਸ ਕਰਕੇ ਤਾਂ ਨਹੀਂ ਹੈ ਵੀ ਇਹ ਮਰਜ਼ੀ ਹੈ ਜੀ ਰੱਬ ਦੀ ਮਰਜ਼ੀ ਕਰਕੇ ਨਹੀਂ, ਇਸ ਕਰਕੇ ਹੈ ਕਿ ਵੀ ਸਾਡੇ 'ਚ ਹਿੰਮਤ ਹੈ ਨਹੀਂ ਵਿਰੋਧ ਕਰਨ ਦੀ। ਉਹ ਰੱਬ ਦੀ ਮਦਦ ਨਾਲ ਨਹੀਂ ਸਾਨੂੰ ਗੁਲਾਮ ਰੱਖ ਰਹੇ। ਉਹਨਾਂ ਨੇ ਸਾਨੂੰ ਗੁਲਾਮ ਪਤਾ ਕਿਵੇਂ ਬਣਾਇਆ ਹੋਇਆ? ਉਹਨਾਂ ਨੇ ਸਾਨੂੰ ਗੁਲਾਮ ਬਣਾਇਆ ਹੋਇਆ ਬੰਦੂਕਾਂ ਨਾਲ, ਤੋਪਾਂ ਨਾਲ, ਬੰਬਾਂ ਨਾਲ, ਗੋਲੀਆਂ ਨਾਲ, ਪੁਲਿਸ ਤੇ ਫੌਜ ਦੀ ਮਦਦ ਨਾਲ। ਕੀ ਕਸੂਰ ਹੈ ਜੀ ਸਾਡਾ? ਕੀ ਕਸੂਰ ਹੈ ਕਿ ਉਹ ਮਨੁੱਖੀ ਸਮਾਜ ਦੇ ਖਿਲਾਫ ਘਿਨਾਉਣਾ ਤੇ ਸਭ ਤੋਂ ਵੱਧ ਘਿਨਾਉਣਾ ਅਪਰਾਧ ਕਰ ਰਹੇ ਹੈ ਕਿ ਇੱਕ ਕੌਮ ਲੁੱਟੀ ਜਾ ਰਹੀ ਹੈ। ਇੱਕ ਕੌਮ ਲੁੱਟੀ ਜਾ ਰਹੀ ਹੈ ਦੂਜੀ ਕੌਮ ਦੇ ਹੱਥੋਂ। ਕਿੱਥੇ ਆ ਰੱਬ? ਕੀ ਕਰਦਾ ਉਹ? ਕੀ ਉਹ ਮਜ਼ੇ ਲੈ ਰਿਹਾ? ਮਨੁੱਖਤਾ ਦੀਆਂ ਇਹਨਾਂ ਸਾਰੀਆਂ ਦੁੱਖ ਤਕਲੀਫਾਂ ਦਾ ਸਵਾਦ ਲੈ ਰਿਹਾ ਉਹ ਨੀਰੋ ਹੈ, ਫਿਰ ਉਹ ਚੰਗੇਜ਼ ਖਾਨ ਹੈ। ਮੈਂ ਕਹਾਂਗਾ ਰੱਬ ਮੁਰਦਾਬਾਦ। ਤੁਸੀਂ ਪੁੱਛੋਗੇ ਵੀ ਫਿਰ ਭਾਈ ਇਸ ਦੁਨੀਆ ਦਾ, ਮਨੁੱਖ ਦਾ ਆਰੰਭ ਕਿਵੇਂ ਹੋਇਆ? ਸ੍ਰਿਸ਼ਟੀ ਕਿਵੇਂ ਸਜੀ? ਚਾਰਲਸ ਡਾਰਵਨ ਇੱਕ ਵਿਗਿਆਨੀ ਹੋਇਆ, ਉਹਨੇ ਇਸ ਵਿਸ਼ੇ ਤੇ ਚਾਨਣ ਪਾਉਣ ਦੀ ਬਹੁਤ ਵੱਡੀ ਕੋਸ਼ਿਸ਼ ਕੀਤੀ ਹੈ। ਪੜ੍ਹੋ ਉਹਨੂੰ ਕੋਖੋ। ਸੋਮ ਸਵਾਮੀ ਦੀ ਕਿਤਾਬ ਹੈ ਕਾਮਨ ਸੈਂਸ, ਮੈਂ ਪੜ੍ਹੀ ਹੈ, ਤੁਸੀਂ ਵੀ ਪੜ੍ਹ ਲਓ। ਤੁਹਾਨੂੰ ਕੁਝ ਹੱਦ ਤੱਕ ਇਸ ਸਵਾਲ ਦਾ ਜਵਾਬ ਜ਼ਰੂਰ ਮਿਲ ਜਾਊ। ਇਹ ਵਿਸ਼ਾ ਹੈਗਾ ਕੁਦਰਤ ਦਾ, ਨੇਚਰ ਦਾ। ਇਹ ਘਟਨਾ ਵੀ ਕੁਦਰਤ ਦੀ ਉਹ ਘਟਨਾ ਹੈ। ਅੱਡ-ਅੱਡ ਪਦਾਰਥਾਂ ਦੇ ਅਚਾਨਕ ਮੇਲ ਨਾਲ ਪੈਦਾ ਹੋਈ ਹੈ ਧਰਤੀ। ਕਦੋਂ? ਇਹ ਜਾਣਨ ਲਈ ਇਤਿਹਾਸ ਪੜ੍ਹ ਲਓ। ਇਸ ਅਮਲ ਵਿੱਚ ਸਭ ਤੋਂ ਪਹਿਲਾਂ ਜਾਨਵਰ ਤੇ ਫਿਰ ਮਨੁੱਖ ਪੈਦਾ ਹੋਇਆ ਸੀ। ਤੁਸੀਂ ਡਾਰਵਨ ਦੀ ਕਿਤਾਬ ਓਰੀਜਿਨ ਆਫ ਸਪੀਸੀਜ਼ ਪੜ੍ਹੋ, ਔਰ ਜੋ ਵੀ ਤਰੱਕੀ ਹੋਈ ਇਹ ਉਹ ਤੋਂ ਬਾਅਦ ਹੀ ਉਹ ਹੋਈ ਸੀਗੀ ਮਨੁੱਖ ਦੀ ਕੁਦਰਤ ਨਾਲ ਲਗਾਤਾਰ ਟੱਕਰ ਤੇ ਮਨੁੱਖ ਵੱਲੋਂ ਕੁਦਰਤ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਵਜੋਂ। ਇਹ ਹੈ ਧਰਤੀ ਦੇ ਆਦਿ ਬਾਰੇ ਬਹੁਤ ਹੀ ਸੰਖੇਪ ਜਿਹਾ ਵੀ। ਤੁਹਾਡਾ ਅਗਲਾ ਸਵਾਲ ਇਹ ਹੋ ਸਕਦਾ ਹੈ ਕਿ ਪਿਛਲੇ ਜਨਮ 'ਚ ਜੇ ਮਾੜੇ ਕਰਮ ਨਾ ਕੀਤੇ ਹੋਣ ਤਾਂ ਕੋਈ ਜਵਾਕ ਅੰਨਾ ਜਾਂ ਲੰਗੜਾ ਕਾਤੇ ਜੰਮੇ?
ਜੀਵ ਵਿਗਿਆਨੀਆਂ ਨੇ ਦੇਖੋ ਜ਼ਿਕਰ ਕੀਤਾ ਹੈ ਇਸ ਸਮੱਸਿਆ ਦਾ। ਉਹਨਾਂ ਦੇ ਮੁਤਾਬਕ ਇਹ ਜੀਵ ਵਿਗਿਆਨਕ ਵਿਸ਼ਾ ਹੈ, ਔਰ ਇਹਦੇ ਕਾਰਨ ਵੀ ਬੱਚੇ ਦੇ ਮਾਂ ਤੇ ਪਿਓ ਦੇ ਜੀਵ ਇਤਿਹਾਸ ਦੇ ਵਿੱਚ ਹੀ ਪਏ ਹੁੰਦੇ ਆ। ਕੁਦਰਤੀ ਤੁਸੀਂ ਇੱਕ ਹੋਰ ਸਵਾਲ ਵੀ ਪੁੱਛ ਸਕਦੇ ਹੋ। ਦੇਖੋ ਭਾਵੇਂ ਹੈ ਤਾਂ ਇਹ ਬਚਕਾਨਾ ਜਿਹਾ ਸਵਾਲ। ਉਹ ਸਵਾਲ ਇਹ ਹੈ ਕਿ ਜੇ ਰੱਬ ਹੈ ਹੀ ਨਹੀਂ ਸੀ ਫਿਰ ਲੋਕ ਉਹਨੂੰ ਮੰਨਣ ਕਾਹਤੇ ਲੱਗ ਗਏ। ਮੇਰਾ ਜਵਾਬ ਸਪਸ਼ਟ ਤੇ ਸੰਖੇਪ ਹੋਊਗਾ ਕਿ ਦੇਖੋ, ਜਿਵੇਂ ਲੋਕ ਭੂਤਾਂ ਪ੍ਰੇਤਾਂ ਨੂੰ ਮੰਨਣ ਲੱਗ ਪਏ ਸੀ, ਉਵੇਂ ਹੀ ਰੱਬ ਨੂੰ ਵੀ ਮੰਨਣ ਲੱਗ ਪਏ। ਇੰਨਾ ਕੋਈ ਫਰਕ ਹੈ ਕਿ ਰੱਬ 'ਚ ਯਕੀਨ ਤਕਰੀਬਨ ਸਰਵ ਵਿਆਪਕ ਹੈ ਤੇ ਇਹਦੀ ਫਲਸਫੀ ਹੈ ਜਿਹੜੀ ਉਹ ਵੀ ਕਾਫੀ ਵਿਕਸਿਤ ਹੈ। ਕੁਝ ਪਰਿਵਰਤਨਕਾਰੀਆਂ ਵਾਂਗੂ ਇਹ ਮੇਰਾ ਵਿਚਾਰ ਨਹੀਂ ਹੈ ਕਿ ਰੱਬ ਵਗੈਰਾ ਜਿਹੜੇ ਨੇ ਇਹਦੇ ਸੰਕਲਪ ਨੇ ਲੁੱਟ ਖਸੁੱਟ ਕਰਨ ਵਾਲਿਆਂ ਦੀ ਉਹ ਕਰਤੂਤ ਹੈ, ਤਾਂ ਕਿ ਉਹ ਜਿਹੜੀ ਸੱਤਾ ਹੈ ਉਹਦੀ ਹੋਂਦ ਦਾ ਪ੍ਰਚਾਰ ਕਰਕੇ ਆਪਣੀਆਂ ਗੱਦੀਆਂ ਕਾਇਮ ਰੱਖਣ ਖਾਤਰ ਲੋਕਾਂ ਨੂੰ ਗੁਲਾਮ ਬਣਾ ਸਕਣ। ਭਾਵੇਂ ਕਿ ਮੇਰਾ ਉਹਨਾਂ ਨਾਲ ਇਸ ਨੁਕਤੇ ਤੇ ਕੋਈ ਬਹੁਤਾ ਮਤਭੇਦ ਵੀ ਨਹੀਂ ਹੈ ਕਿ ਸਾਰੇ ਹੀ ਧਾਰਮਿਕ ਮਤ, ਧਰਮ, ਸਿਧਾਂਤ ਤੇ ਹੋਰ ਇਹੋ ਜਿਹੀਆਂ ਸੰਸਥਾਵਾਂ ਆਖਰਕਾਰ ਜਾਬਰ ਤੇ ਦਮਨਕਾਰੀ ਸੰਸਥਾਵਾਂ, ਵਿਅਕਤੀਆਂ ਤੇ ਜਮਾਤਾਂ ਦੀਆਂ ਹਮਾਇਤੀਓ ਹੋ ਨਿਬੜਦੀਆਂ। ਹਰ ਧਰਮ ਇਹੀ ਕਹਿੰਦਾ ਹੈ ਕਿ ਬਾਦਸ਼ਾਹ ਦੇ ਖਿਲਾਫ ਬਗਾਵਤ ਕਰਨਾ ਹਮੇਸ਼ਾ ਹੀ ਪਾਪ ਹੁੰਦਾ ਹੈ। ਰੱਬ ਦੇ ਸੰਕਲਪ ਬਾਰੇ ਜਿਹੜਾ ਸ਼ੁਰੂਆਤੀ ਹੈ, ਦੇਖੋ ਰੱਬ ਦੇ ਜਨਮ ਬਾਰੇ ਮੇਰਾ ਇਹ ਵਿਚਾਰ ਹੈਗਾ ਕਿ ਜਦ ਬੰਦੇ ਨੂੰ ਆਪਣੀਆਂ ਸੀਮਾਵਾਂ ਤੇ ਕਮਜ਼ੋਰੀਆਂ ਦਾ ਅਹਿਸਾਸ ਹੋ ਗਿਆ, ਉਹਨੇ ਰੱਬ ਦੀ ਇੱਕ ਕਾਲਪਨਿਕ ਜੀ ਹੋਂਦ ਕੱਢ ਲਈ ਤਾਂ ਕਿ ਉਹਨੂੰ ਹੌਸਲਾ ਮਿਲੇ, ਉਹ ਇਮਤਿਹਾਨੀ ਹਾਲਤਾਂ ਦਾ ਦ੍ਰਿੜਤਾ ਨਾਲ ਸਾਹਮਣਾ ਕਰ ਸਕੇ, ਤਾਂ ਕਿ ਉਹ ਮੁਕਾਬਲਾ ਕਰ ਸਕੇ ਖਤਰਿਆਂ ਦਾ ਮੁਕਾਬਲਾ ਕਰ ਸਕੇ ਹਿੰਮਤ ਨਾਲ, ਜਵਾਂ ਮਰਤੀ ਨਾਲ। ਤੇ ਜਦੋਂ ਖੁਸ਼ਹਾਲੀ ਤੇ ਅਮੀਰੀ ਦੀ ਹਾਲਤ ਹੋਵੇ ਤਾਂ ਉਹ ਆਪਣੀਆਂ ਇੱਛਾਵਾਂ ਤੇ ਕਾਬੂ ਪਾ ਸਕੇ। ਦੇਖੋ, ਮਨੁੱਖ ਨੇ ਰੱਬ ਨੂੰ ਚਿਤਵਿਆ ਵੀ ਹੈ ਤੇ ਚਿਤਰਿਆ ਵੀ। ਉਹਨੂੰ ਚਿਤਰਿਆ ਨਿਜ ਰੂਪਕ ਨੇਮਾਂ ਤੇ ਪਾਲਣਹਾਰ ਦੇ ਗੁਣਾਂ ਦੇ ਵਿੱਚ। ਉਹਦੀ ਕਰੋਪੀ ਤੇ ਨਿਜ ਰੂਪਕ ਨੇਮਾਂ ਨੂੰ ਵਿਚਾਰਨ ਵੇਲੇ ਉਹ ਪਤਾ ਕਾਹਦਾ ਕੰਮ ਦਿੰਦਾ ਸੀ? ਉਹ ਕੰਮ ਦਿੰਦਾ ਸੀਗਾ ਤਾੜਨਾ ਦਾ, ਤਾਂ ਕਿ ਮਨੁੱਖ ਖਤਰਾ ਨਾ ਬਣ ਜਾਵੇ। ਉਹਦੇ ਪਾਲਣਹਾਰ ਗੁਣਾਂ ਚੋਂ ਮਾਂ ਸੀ, ਭੈਣ, ਭਾਬੀ, ਪਿਤਾ, ਦੋਸਤ ਤੇ ਮਦਦਗਾਰ ਸੀ, ਤਾਂ ਕਿ ਔਖੇ ਵੇਲੇ ਜਦ ਬੰਦੇ ਦੇ ਸਾਰੇ ਹੀ ਸਾਥੀ ਸਾਥ ਛੱਡ ਜਾਣ ਤਾਂ ਉਸ ਘੜੀ ਵੀ ਬੰਦੇ ਨੂੰ ਇੱਕ ਯਕੀਨ, ਇੱਕ ਧਰਵਾਸ ਬਣਿਆ ਰਹੇ ਕਿ ਉਹਨੂੰ ਟਾਰਸ ਦੇਣ ਦੀ ਖਾਤਰ, ਉਹਦੀ ਮਦਦ ਕਰਨ ਦੀ ਖਾਤਰ ਸਦਾ ਸਲਾਮਤ ਰਹਿਣ ਵਾਲਾ ਸੱਚਾ ਮਿੱਤਰ ਰੱਬ ਹੈਗਾ ਹੈ। ਆਦਿ ਕਾਲ ਵਿੱਚ ਰੱਬ ਸੱਚੇ ਅਰਥਾਂ ਦੇ ਵਿੱਚ ਸਮਾਜ ਲਈ ਲਾਹੇਵੰਦ ਵੀ ਹੋਊਗਾ। ਰੱਬ ਦਾ ਵਿਚਾਰ ਔਖੀ ਘੜੀ ਵੇਲੇ ਬੰਦੇ ਲਈ ਮਦਦਗਾਰ ਵੀ ਸਾਬਤ ਹੁੰਦਾ ਹੋਣਾ। ਸਮਾਜ ਨੇ ਜਿਵੇਂ ਲੜਾਈ ਲੜੀ ਸੀ ਨਾ ਬੁੱਤ ਪੂਜਾ ਤੇ ਧਰਮ ਦੇ ਤੰਗ ਨਜ਼ਰ ਸੰਕਲਪਾਂ ਦੇ ਖਿਲਾਫ, ਉਵੇਂ ਹੀ ਅੱਜ ਸਮਾਜ ਨੂੰ ਲੜਨਾ ਪੈਣਾ ਰੱਬ ਦੇ ਵਿਸ਼ਵਾਸ ਦੇ ਖਿਲਾਫ। ਇਸੇ ਤਰ੍ਹਾਂ ਜਦ ਬੰਦਾ ਆਪਣੇ ਪੈਰੀ ਹੋਣ ਦੀ ਕੋਸ਼ਿਸ਼ ਕਰਨ ਲੱਗੂ ਜਾਂ ਯਥਾਰਥਵਾਦੀ ਹੋਣ ਲੱਗੂ ਤਾਂ ਉਹਨੂੰ ਲਾਂਭੇ ਸੁੱਟਣਾ ਪਊਗਾ ਰੱਬ ਦਾ ਵਿਸ਼ਵਾਸ, ਔਰ ਹਰ ਮੁਸ਼ਕਲ, ਹਰੇਕ ਆਫਤ ਤੇ ਹਰ ਤਰ੍ਹਾਂ ਦੇ ਹਾਲਾਤ ਦਾ ਮੁਕਾਬਲਾ ਆਪ ਕਰਨਾ ਪਊ ਡਟ ਕੇ। ਇਸ ਵੇਲੇ ਇਹੀ ਹਾਲਤ ਹੈ ਮੇਰੇ ਦੋਸਤੋ। ਇਹ ਕੋਈ ਮੇਰਾ ਹੰਕਾਰ ਨਹੀਂ। ਮੈਂ ਨਾਸਤਕ ਬਣਿਆ ਤਾਂ ਆਪਣੀ ਸੋਚਣ ਵਿਧੀ ਨਾਲ ਬਣਿਆ। ਮੇਰਾ ਨਹੀਂ ਖਿਆਲ ਕਿ ਰੱਬ 'ਚ ਵਿਸ਼ਵਾਸ ਕਰਨ ਨਾਲ ਜਾਂ ਫਿਰ ਹਰ ਰੋਜ਼ ਅਰਦਾਸ ਕਰਨ ਨਾਲ ਮੇਰਾ ਕੋਈ ਸੌਰ ਜੂਗਾ। ਦੇਖੋ, ਨਾ ਹੀ ਇਹਦੇ ਨਾਲ ਹਾਲਤ ਕੋਈ ਹੋਰ ਬਹੁਤੀ ਵਿਗੜ ਜਾਣੀ। ਮੈਂ ਪੜ੍ਹਿਆ ਉਹਨਾਂ ਨਾਸਤਕਾਂ ਬਾਰੇ ਜਿਨ੍ਹਾਂ ਨੇ ਬਹੁਤ ਸਾਰੀਆਂ ਮੁਸ਼ਕਲਾਂ ਦਾ ਡਟ ਕੇ ਮੁਕਾਬਲਾ ਕਰਿਆ। ਇਸੇ ਲਈ ਮੈਂ ਅਖੀਰ ਤੱਕ ਫਾਂਸੀ ਦੇ ਤਖਤੇ ਤੇ ਵੀ ਕੋਸ਼ਿਸ਼ ਕਰ ਰਿਹਾ ਕਿ ਮੈਂ ਮਰਦ ਵਾਂਗ ਸਿਰ ਤਾਣ ਕੇ ਸਾਬਤ ਕਦਮ ਰਹਾ। ਦੇਖਦੇ ਆਂ ਇਹਦੇ 'ਚ ਮੈਂ ਪੂਰਾ ਕਿੰਨਾ ਕੁਤਰਦਾ। ਮੇਰੇ ਕਿਸੇ ਦੋਸਤ ਨੇ ਮੈਨੂੰ ਅਰਦਾਸ ਕਰਨ ਲਈ ਕਿਹਾ। ਜਦ ਮੈਂ ਦੱਸਿਆ ਕਿ ਮੈਂ ਤਾਂ ਨਾਸਤਕ ਹਾਂ ਤਾਂ ਉਹ ਕਹਿਣ ਲੱਗਿਆ ਕਿ ਦੇਖ ਲਈ ਆਪਣੇ ਅਖੀਰਲੇ ਦਿਨਾਂ 'ਚ
ਤੂੰ ਰੱਬ ਨੂੰ ਆਪ ਹੀ ਮੰਨਣ ਲੱਗ ਜਾਏਗਾ। ਤੇ ਮੈਂ ਅੱਗਿਓਂ ਕਹਿ ਦਿੱਤਾ ਕਿ ਨਹੀਂ ਪਿਆਰੇ ਜਨਾਬ ਜੀ, ਐਦਾਂ ਬਿਲਕੁਲ ਨਹੀਂ ਹੋਣ ਲੱਗਿਆ। ਐਦਾਂ ਕਰਨਾ ਤਾਂ ਮੇਰੀ ਖਾਤਰ ਬਹੁਤ ਹੀ ਘਟੀਆ ਔਰ ਹਾਰਨ ਵਾਲੀ ਗੱਲ ਹੋਊਗੀ। ਮੈਂ ਕੋਈ ਅਰਦਾਸ ਨਹੀਂ ਕਰਨੀ ਆਪਣੀ ਖੁਦਗਰਜੀ ਦੀ ਖਾਤਰ। ਪਾਠਕੋ, ਮਿੱਤਰੋ, ਦੋਸਤੋ, ਮੈਨੂੰ ਦੱਸੋ, ਕੀ ਮੇਰੀ ਇਹ ਹਉਮੈ ਹੈ, ਹੰਕਾਰ ਹੈ? ਚਲੋ ਜੇ ਹੈਗੀ ਵੀ ਹੈ ਤਾਂ ਮੈਨੂੰ ਇਹ ਚੰਗੀ ਲੱਗਦੀ।